किताब अल्कोहलिक्स एनोनिमस चैप्टर 10वां रोज़गार देने वालिਆਂ ਲਈ। ਅਸੀਂ ਅੱਜ ਕੱਲ੍ਹ ਦੇ ਮਾਲਕਾਂ ਵਿੱਚੋਂ ਉਸ ਇੱਕ ਬਾਰੇ ਗੱਲ ਕਰ ਰਹੇ ਹਾਂ ਜਿਸ ਨੇ ਆਪਣੀ ਜ਼ਿੰਦਗੀ ਦਾ ਕਾਫੀ ਹਿੱਸਾ ਵੱਡੇ ਕਾਰੋਬਾਰ ਵਿੱਚ ਗੁਜ਼ਾਰਿਆ ਹੈ। ਉਸ ਨੇ ਸੈਂਕੜਿਆਂ ਆਦਮੀਆਂ ਨੂੰ ਨੌਕਰੀ 'ਤੇ ਰੱਖਿਆ ਅਤੇ ਕੱਢਿਆ ਹੈ। ਉਹ ਇੱਕ ਸ਼ਰਾਬੀ ਨੂੰ ਉਂਝ ਹੀ ਜਾਣਦਾ ਹੈ ਜਿਵੇਂ ਇੱਕ ਮਾਲਕ ਅਕਸਰ ਜਾਣਦਾ ਹੈ। ਉਸ ਦੇ ਮੌਜੂਦਾ ਵਿਚਾਰ ਹਰ ਥਾਂ ਦੇ ਵਪਾਰੀਆਂ ਅਤੇ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋ ਸਕਦੇ ਹਨ। ਉਹ ਇੰਜ ਦੱਸਦਾ ਹੈ, ਇੱਕ ਵਾਰ ਮੈਂ ਇੱਕ ਵੱਡੀ ਕੰਪਨੀ ਜਿਸ ਵਿੱਚ ਲਗਭਗ 6600 ਮੁਲਾਜ਼ਮ ਸਨ ਦੇ ਇੱਕ ਵਿਭਾਗ ਵਿੱਚ ਸਹਾਇਕ ਪ੍ਰਬੰਧਕ ਸੀ। ਇੱਕ ਦਿਨ ਮੇਰੀ ਨਿੱਜੀ ਸਹਾਇਕ ਆਈ ਅਤੇ ਉਸਨੇ ਕਿਹਾ ਕਿ ਇੱਕ ਮੁਲਾਜ਼ਮ ਮੇਰੇ ਨਾਲ ਟੈਲੀਫੋਨ 'ਤੇ ਗੱਲ ਕਰਨ ਦੀ ਜਿੱਦ ਕਰ ਰਿਹਾ ਹੈ। ਮੈਂ ਆਪਣੀ ਸਕੱਤਰ ਨੂੰ ਕਿਹਾ ਕਿ ਉਸ ਨੂੰ ਦੱਸ ਦੇਵੇ ਕਿ ਮੈਂ ਉਸ ਨਾਲ ਗੱਲ ਕਰਨ ਦਾ ਇੱਛੁਕ ਨਹੀਂ। ਮੈਂ ਉਸ ਮੁਲਾਜ਼ਮ ਨੂੰ ਕਈ ਵਾਰ ਚੇਤਾਵਨੀ ਦੇ ਚੁੱਕਿਆ ਸੀ ਕਿ ਇਹ ਉਸ ਲਈ ਆਖਰੀ ਮੌਕਾ ਸੀ, ਪਰ ਇਸ ਗੱਲ ਦੇ ਥੋੜ੍ਹੇ ਚਿਰ ਬਾਅਦ ਹੀ ਉਹ ਕਿਸੇ ਹੋਰ ਸ਼ਹਿਰ ਤੋਂ ਮੈਨੂੰ 2 ਦਿਨ ਲਗਾਤਾਰ ਫੋਨ ਕਰਦਾ ਰਿਹਾ। ਉਸ ਨੇ ਇੰਨੀ ਪੀਤੀ ਹੋਈ ਸੀ ਕਿ ਉਹ ਚੰਗੀ ਤਰ੍ਹਾਂ ਗੱਲਬਾਤ ਵੀ ਨਹੀਂ ਕਰ ਸਕਦਾ ਸੀ। ਮੈਂ ਉਸ ਨੂੰ ਦੱਸ ਦਿੱਤਾ ਸੀ ਕਿ ਉਸ ਨੂੰ ਹਮੇਸ਼ਾ ਲਈ ਬਰਖਾਸਤ ਕਰ ਦਿੱਤਾ ਗਿਆ ਹੈ। ਮੇਰੇ ਨਿੱਜੀ ਸਹਾਇਕ ਨੇ ਮੈਨੂੰ ਆ ਕੇ ਦੱਸਿਆ ਕਿ ਟੈਲੀਫੋਨ 'ਤੇ ਗੱਲ ਕਰ ਰਿਹਾ ਵਿਅਕਤੀ ਮੁਲਾਜ਼ਮ ਨਹੀਂ ਸਗੋਂ ਉਸ ਦਾ ਭਰਾ ਹੈ ਅਤੇ ਉਹ ਮੈਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਹੈ। ਮੈਨੂੰ ਹਜੇ ਵੀ ਉਮੀਦ ਸੀ ਕਿ ਉਹ ਫਿਰ ਰਹਿਮ ਦੀ ਦਲੀਲ ਪੇਸ਼ ਕਰੇਗਾ, ਪਰ ਟੈਲੀਫੋਨ 'ਤੇ ਇਹ ਸ਼ਬਦ ਸੁਣਨ ਨੂੰ ਮਿਲੇ। ਮੈਂ ਤਾਂ ਇਹ ਦੱਸਣਾ ਚਾਹੁੰਦਾ ਸੀ ਕਿ ਮੇਰੇ ਭਰਾ ਨੇ ਜੋ ਤੁਹਾਡਾ ਮੁਲਾਜ਼ਮ ਸੀ ਪਿਛਲੇ ਸ਼ਨੀਵਾਰ ਇੱਕ ਹੋਟਲ 'ਚੋਂ ਛਾਲ ਮਾਰ ਦਿੱਤੀ। ਉਸਨੇ ਇੱਕ ਰੌਂਕਾ ਛੱਡਿਆ ਹੈ ਜਿਸ ਵਿੱਚ ਲਿਖਿਆ ਹੈ ਕਿ ਜਿੰਨੇ ਵੀ ਅਫਸਰਾਂ ਨਾਲ ਉਸਨੇ ਕੰਮ ਕੀਤਾ ਤੁਸੀਂ ਸਭ ਤੋਂ ਵਧੀਆ ਸੀ ਅਤੇ ਤੁਹਾਡਾ ਕਿਸੇ ਵੀ ਗੱਲ 'ਚ ਦੋਸ਼ ਨਹੀਂ ਸੀ। ਹਰ ਘਟਨਾ ਬਾਰੇ ਇੱਕ ਵਾਰੀ ਜਦ ਮੈਂ ਆਪਣੀ ਮੇਜ਼ 'ਤੇ ਪਿਆ ਇੱਕ ਪੱਤਰ ਖੋਲ੍ਹਿਆ ਤਾਂ ਉਸ ਵਿੱਚੋਂ ਅਖਬਾਰ ਦੀ ਕਾਤਰ ਮਿਲੀ। ਇਹ ਮੇਰੇ ਇੱਕ ਬਹੁਤ ਹੀ ਵਧੀਆ ਸੇਲਸਮੈਨ ਦੀ ਮੌਤ ਦੀ ਸੂਚਨਾ ਸੀ। 2 ਹਫ਼ਤੇ ਪੀਂਦੇ ਰਹਿਣ ਦੇ ਬਾਅਦ ਉਸਨੇ ਭਰੀ ਹੋਈ ਬੰਦੂਕ ਦੀ ਨਾਲੀ ਮੂੰਹ ਵਿੱਚ ਰੱਖ ਕੇ ਪੈਰ ਦੇ ਅੰਗੂਠੇ ਨਾਲ ਘੋੜਾ ਦਬਾ ਦਿੱਤਾ। ਮੈਂ ਉਸ ਨੂੰ ਹਜੇ 6 ਹਫ਼ਤੇ ਪਹਿਲਾਂ ਹੀ ਸ਼ਰਾਬ ਪੀਣ ਕਰਕੇ ਕੱਢਿਆ ਸੀ। ਇੱਕ ਹੋਰ ਤਜਰਬਾ, ਕਿਸੇ ਦੂਜੇ ਸ਼ਹਿਰ ਤੋਂ ਇੱਕ ਔਰਤ ਦੀ ਟੈਲੀਫੋਨ 'ਤੇ ਮੱਧਮ ਜਿਹੀ ਆਵਾਜ਼ ਆਈ ਜੋ ਪੁੱਛਣਾ ਚਾਹੁੰਦੀ ਸੀ ਕਿ ਕੀ ਉਸ ਦੇ ਪਤੀ ਦਾ ਕੰਪਨੀ ਵੱਲੋਂ ਕਰਵਾਇਆ ਗਿਆ ਬੀਮਾ ਹਾਲੇ ਵੀ ਚੱਲ ਰਿਹਾ ਸੀ। 4 ਦਿਨ ਪਹਿਲਾਂ ਹੀ ਉਹ ਫਾਂਸੀ ਲਾ ਕੇ ਮਰ ਗਿਆ ਸੀ। ਉਸ ਨੂੰ ਸ਼ਰਾਬ ਪੀਣ ਕਰਕੇ ਕੱਢਣਾ ਪਿਆ ਸੀ, ਹਾਲਾਂਕਿ ਉਹ ਇੱਕ ਬਹੁਤ ਹੀ ਹੁਸ਼ਿਆਰ, ਚੁਸਤ ਅਤੇ ਬਹੁਤ ਵਧੀਆ ਕੰਮ ਕਰਨ ਵਾਲਿਆਂ 'ਚੋਂ ਸੀ। ਇਹ ਉਹ 3 ਅਸਧਾਰਨ ਵਿਅਕਤੀ ਸਨ ਜਿਨ੍ਹਾਂ ਨੂੰ ਦੁਨੀਆ ਛੱਡਣੀ ਪਈ, ਕਿਉਂਕਿ ਮੈਂ ਉਦੋਂ ਸ਼ਰਾਬੀਪਣ ਬਾਰੇ ਇੰਨਾ ਨਹੀਂ ਜਾਣਦਾ ਸੀ ਜਿੰਨਾ ਕਿ ਹੁਣ। ਕਿੰਨੀ ਬਦਕਿਸਮਤੀ, ਮੈਂ ਖੁਦ ਆਪ ਹੀ ਸ਼ਰਾਬੀ ਬਣ ਗਿਆ ਅਤੇ ਜੇ ਇੱਕ ਸਮਝਦਾਰ ਵਿਅਕਤੀ ਰਸਤਾ ਨਾ ਵਿਖਾਉਂਦਾ ਤਾਂ ਮੈਂ ਉਹਨਾਂ 3 ਦੇ ਰਸਤੇ 'ਤੇ ਤੁਰ ਗਿਆ ਹੋਣਾ ਸੀ। ਮੇਰੇ ਪਤਨ ਨਾਲ ਕਾਰੋਬਾਰੀ ਦੁਨੀਆ ਨੂੰ ਅਣਜਾਣੇ ਹੀ ਕਰੋੜਾਂ ਦਾ ਨੁਕਸਾਨ ਹੋਇਆ, ਕਿਉਂਕਿ ਇੱਕ ਉੱਚੇ ਅਹੁਦੇ ਦੀ ਸਿਖਲਾਈ ਲਈ ਕਿਸੇ ਵੀ ਵਿਅਕਤੀ ਉੱਪਰ ਬਹੁਤ ਖਰਚਾ ਹੋਇਆ ਹੁੰਦਾ ਹੈ। ਇਸ ਤਰ੍ਹਾਂ ਦੀ ਬਰਬਾਦੀ ਲਗਾਤਾਰ ਹੋਈ ਜਾ ਰਹੀ ਹੈ। ਸਾਡਾ ਵਿਚਾਰ ਹੈ ਕਿ ਕਾਰੋਬਾਰੀ ਦੁਨੀਆ ਨੂੰ ਇਹੋ ਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਜਿਸ ਦੀ ਹਰ ਪੱਖੋਂ ਬਿਹਤਰ ਸਮਝ ਬੂਝ ਨਾਲ ਮਦਦ ਕੀਤੀ ਜਾ ਸਕਦੀ ਹੈ। ਲਗਭਗ ਹਰ ਆਧੁਨਿਕ ਮਾਲਕ ਆਪਣੇ ਕਰਮਚਾਰੀਆਂ ਦੀ ਖੁਸ਼ਹਾਲੀ ਲਈ ਨੈਤਿਕ ਜ਼ਿੰਮੇਵਾਰੀ ਮਹਿਸੂਸ ਕਰਦਾ ਹੈ ਅਤੇ ਇਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਕੋਸ਼ਿਸ਼ ਵੀ ਕਰਦਾ ਹੈ, ਪਰ ਉਸ ਦਾ ਸ਼ਰਾਬੀ ਕਰਮਚਾਰੀਆਂ ਨਾਲ ਹਮੇਸ਼ਾ ਇੰਜ ਨਾ ਕਰ ਪਾਉਣਾ ਛੇਤੀ ਸਮਝ ਵਿੱਚ ਆਉਂਦਾ ਹੈ। ਉਸ ਨੂੰ ਇੱਕ ਸ਼ਰਾਬੀ ਵਿਅਕਤੀ ਅਕਸਰ ਅਵੱਲ ਦਰਜੇ ਦਾ ਮੂਰਖ ਨਜ਼ਰ ਆਉਂਦਾ ਹੈ। ਕਰਮਚਾਰੀ ਦੀ ਖਾਸ ਯੋਗਤਾ ਜਾਂ ਉਸ ਨਾਲ ਨਿੱਜੀ ਲਗਾਅ ਕਰਕੇ ਮਾਲਕ ਅਜਿਹੇ ਵਿਅਕਤੀ ਨੂੰ ਕਈ ਵਾਰ ਜ਼ਰੂਰਤ ਤੋਂ ਜ਼ਿਆਦਾ ਲੰਬੇ ਸਮੇਂ ਤੱਕ ਨੌਕਰੀ 'ਤੇ ਰੱਖਦਾ ਹੈ। ਕੁਝ ਮਾਲਕ ਹਰ ਸੰਭਵ ਯਤਨ ਕਰ ਚੁੱਕੇ ਹਨ। ਸਿਰਫ ਕੁਝ ਮਾਮਲਿਆਂ ਵਿੱਚ ਹੀ ਧੀਰਜ ਅਤੇ ਸਹਿਨਸ਼ੀਲਤਾ ਦੀ ਕਮੀ ਰਹੀ ਹੈ ਅਤੇ ਅਸੀਂ ਜਿਨ੍ਹਾਂ ਨੂੰ ਸਭ ਤੋਂ ਵਧੀਆ ਮਾਲਕ ਮਿਲੇ ਹਨ ਉਹਨਾਂ ਦੇ ਬੁਰੇ ਵਿਵਹਾਰ ਲਈ ਉਹਨਾਂ 'ਤੇ ਦੋਸ਼ ਨਹੀਂ ਲਾ ਸਕਦੇ।
ਉਦਾਹਰਨ ਦੇ ਤੌਰ ਤੇ ਇੱਕ ਖਾਸ ਵਾਕਿਆ ਦਾ ਜ਼ਿਕਰ ਹੈ। ਅਮਰੀਕਾ ਦੇ ਇੱਕ ਵੱਡੇ ਬੈਂਕ ਦਾ ਅਧਿਕਾਰੀ ਜਾਣਦਾ ਸੀ ਕਿ ਮੈਂ ਹੁਣ ਨਹੀਂ ਪੀਂਦਾ। ਇੱਕ ਦਿਨ ਉਸਨੇ ਉਸੇ ਬੈਂਕ ਦੇ ਇੱਕ ਹੋਰ ਅਧਿਕਾਰੀ ਬਾਰੇ, ਜੋ ਉਸ ਅਨੁਸਾਰ ਬਿਨਾਂ ਸ਼ੱਕ ਸ਼ਰਾਬੀ ਸੀ, ਮੇਰੇ ਨਾਲ ਗੱਲਬਾਤ ਕੀਤੀ। ਮੈਨੂੰ ਲੱਗਿਆ ਕਿ ਇਹ ਮਦਦਗਾਰ ਹੋਣ ਦਾ ਮੌਕਾ ਹੈ, ਇਸ ਲਈ ਮੈਂ ਉਸ ਨਾਲ 2 ਘੰਟੇ ਸ਼ਰਾਬੀਪਣ ਦੀ ਬਿਮਾਰੀ ਬਾਰੇ ਗੱਲਬਾਤ ਕੀਤੀ ਅਤੇ ਇਸ ਦੇ ਲੱਛਣਾਂ ਅਤੇ ਨਤੀਜਿਆਂ ਬਾਰੇ ਜਿੰਨਾ ਮੈਂ ਦੱਸ ਸਕਦਾ ਸੀ ਦੱਸਿਆ। ਉਸਨੇ ਟਿੱਪਣੀ ਕੀਤੀ, ਬਹੁਤ ਦਿਲਚਸਪ, ਪਰ ਮੈਨੂੰ ਯਕੀਨ ਹੈ ਕਿ ਇਹ ਆਦਮੀ ਸ਼ਰਾਬ ਛੱਡ ਚੁੱਕਾ ਹੈ। ਉਹ ਹੁਣੇ ਹੀ 3 ਮਹੀਨੇ ਦੀ ਛੁੱਟੀ ਤੋਂ ਬਾਅਦ ਆਇਆ ਹੈ। ਉਸਨੇ ਇਲਾਜ ਕਰਵਾਇਆ ਹੈ, ਠੀਕ ਲੱਗਦਾ ਹੈ ਅਤੇ ਗੱਲ ਨਿਬੇੜਨ ਲਈ ਬੋਰਡ ਦੇ ਨਿਰਦੇਸ਼ਕਾਂ ਨੇ ਉਸ ਨੂੰ ਕਿਹਾ ਕਿ ਇਹ ਉਸ ਦਾ ਆਖਰੀ ਮੌਕਾ ਹੈ। ਇਸ ਦੇ ਬਾਰੇ ਮੈਂ ਸਿਰਫ ਇਹੀ ਕਹਿ ਸਕਿਆ ਕਿ ਜੇ ਉਸਨੇ ਪਹਿਲਾਂ ਵਾਲੇ ਤੌਰ ਤਰੀਕੇ ਹੀ ਅਪਣਾਏ ਰੱਖੇ ਤਾਂ ਉਸ ਦੀ ਹਾਲਤ ਹੋਰ ਵੀ ਮਾੜੀ ਹੋ ਜਾਵੇਗੀ। ਮੈਂ ਮਹਿਸੂਸ ਕਰਦਾ ਸੀ ਕਿ ਇਹ ਨਿਸ਼ਚਿਤ ਇੰਜ ਹੀ ਹੋਣਾ ਸੀ ਅਤੇ ਹੈਰਾਨ ਸੀ ਕਿ ਇਸ ਆਦਮੀ ਨਾਲ ਬੈਂਕ ਨਜਾਇਜ਼ ਤਾਂ ਨਹੀਂ ਕਰ ਰਿਹਾ। ਕਿਉਂ ਨਾ ਉਸ ਨੂੰ ਸ਼ਰਾਬੀਆਂ ਦੇ ਭਾਈਚਾਰੇ ਦੇ ਸੰਪਰਕ ਵਿੱਚ ਲਿਆਇਆ ਜਾਵੇ, ਸ਼ਾਇਦ ਉਸ ਨੂੰ ਇੱਕ ਮੌਕਾ ਮਿਲ ਜਾਵੇ। ਮੈਂ ਦੱਸਿਆ ਕਿ ਮੈਂ ਪਿਛਲੇ 3 ਸਾਲਾਂ ਤੋਂ ਕਈ ਅਜਿਹੀਆਂ ਮੁਸ਼ਕਲਾਂ ਆਉਣ ਦੇ ਬਾਵਜੂਦ ਬਿਲਕੁਲ ਸ਼ਰਾਬ ਨਹੀਂ ਪੀਤੀ, ਜਿਨ੍ਹਾਂ ਕਰਕੇ 10 ਚੋਂ 9 ਬੰਦੇ ਸ਼ਰਾਬ ਪੀ ਲੈਂਦੇ ਹਨ। ਕਿਉਂ ਨਾ ਉਸ ਨੂੰ ਘੱਟੋ ਘੱਟ ਮੇਰੀ ਕਹਾਣੀ ਸੁਣਨ ਦਾ ਇੱਕ ਮੌਕਾ ਦਿੱਤਾ ਜਾਵੇ। ਬਿਲਕੁਲ ਨਹੀਂ, ਮੇਰੇ ਦੋਸਤ ਨੇ ਕਿਹਾ। ਜਾਂ ਤਾਂ ਇਹ ਵਿਅਕਤੀ ਹੁਣ ਸ਼ਰਾਬ ਨਹੀਂ ਪੀਵੇਗਾ ਜਾਂ ਨੌਕਰੀ ਤੇ ਨਹੀਂ ਰਹੇਗਾ। ਜੇ ਉਸ ਕੋਲ ਤੁਹਾਡੇ ਵਰਗੀ ਇੱਛਾ ਸ਼ਕਤੀ ਅਤੇ ਹੌਸਲਾ ਹੈ ਤਾਂ ਉਹ ਸ਼ਰਾਬ ਨਹੀਂ ਪੀਵੇਗਾ। ਮੈਨੂੰ ਲੱਗਿਆ ਕਿ ਮੈਂ ਹਾਰ ਗਿਆ ਹਾਂ, ਕਿਉਂਕਿ ਮੈਂ ਆਪਣੇ ਬੈਂਕ ਵਾਲੇ ਦੋਸਤ ਨੂੰ ਸਮਝਾ ਨਹੀਂ ਪਾਇਆ। ਉਹ ਇਹ ਗੱਲ ਮੰਨਣ ਲਈ ਬਿਲਕੁਲ ਤਿਆਰ ਨਹੀਂ ਸੀ ਕਿ ਉਸ ਦਾ ਬੈਂਕਰ ਸਾਥੀ ਇੱਕ ਬੜੀ ਗੰਭੀਰ ਬਿਮਾਰੀ ਦਾ ਸ਼ਿਕਾਰ ਸੀ। ਇੰਤਜ਼ਾਰ ਕਰਨ ਤੋਂ ਇਲਾਵਾ ਕੁਝ ਨਹੀਂ ਸੀ ਕੀਤਾ ਜਾ ਸਕਦਾ। ਕੁਝ ਸਮੇਂ ਬਾਅਦ ਉਸਨੇ ਮੁੜ ਪੀ ਲਈ ਅਤੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ। ਉਸ ਤੋਂ ਬਾਅਦ ਅਸੀਂ ਉਸ ਨਾਲ ਸੰਪਰਕ ਕੀਤਾ। ਉਸਨੇ ਬਿਨਾਂ ਕਿਸੇ ਝਿਜਕ ਉਹਨਾਂ ਸਿਧਾਂਤਾਂ ਅਤੇ ਤੌਰ ਤਰੀਕਿਆਂ ਨੂੰ ਅਪਣਾਇਆ ਜਿਨ੍ਹਾਂ ਨੇ ਸਾਡੀ ਠੀਕ ਹੋਣ ਵਿੱਚ ਮਦਦ ਕੀਤੀ ਸੀ। ਬਿਨਾਂ ਸ਼ੱਕ ਉਹ ਠੀਕ ਹੋਣ ਦੀ ਰਾਹ 'ਤੇ ਹੈ। ਮੈਨੂੰ ਇੱਕ ਵਾਕਿਆ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸ਼ਰਾਬੀਪਣ ਦੀ ਬਿਮਾਰੀ ਬਾਰੇ ਸਮਝਦਾਰੀ ਦੀ ਘਾਟ ਹੈ ਅਤੇ ਮਾਲਕਾਂ ਨੂੰ ਇਸ ਦਾ ਗਿਆਨ ਵੀ ਘੱਟ ਹੈ ਕਿ ਉਹ ਕਿਸ ਤਰ੍ਹਾਂ ਆਪਣੇ ਬਿਮਾਰ ਕਰਮਚਾਰੀਆਂ ਦੇ ਠੀਕ ਹੋਣ ਵਿੱਚ ਮਦਦਗਾਰ ਹੋ ਸਕਦੇ ਹਨ। ਜੇ ਤੁਸੀਂ ਮਦਦ ਕਰਨ ਦੀ ਇੱਛਾ ਰੱਖਦੇ ਹੋ ਤਾਂ ਤੁਹਾਡੇ ਲਈ ਆਪਣੇ ਸ਼ਰਾਬ ਪੀਣ ਜਾਂ ਨਾ ਪੀਣ ਦੇ ਤਰੀਕੇ ਨੂੰ ਨਜ਼ਰਅੰਦਾਜ਼ ਕਰਨਾ ਹੀ ਚੰਗਾ ਹੋਵੇਗਾ। ਭਾਵੇਂ ਤੁਸੀਂ ਬਹੁਤ ਸ਼ਰਾਬ ਪੀਂਦੇ ਹੋ, ਥੋੜ੍ਹੀ ਪੀਂਦੇ ਹੋ ਜਾਂ ਬਿਲਕੁਲ ਨਹੀਂ, ਤੁਹਾਡੇ ਆਪਣੇ ਕੁਝ ਪੱਕੇ ਵਿਚਾਰ ਜਾਂ ਸ਼ਾਇਦ ਪਹਿਲਾਂ ਹੀ ਬਣੀਆਂ ਧਾਰਨਾਵਾਂ ਹੋ ਸਕਦੀਆਂ ਹਨ। ਔਸਤ ਦਰਜੇ ਦੇ ਸ਼ਰਾਬ ਪੀਣ ਵਾਲੇ ਵਿਅਕਤੀ ਬਿਲਕੁਲ ਨਾ ਪੀਣ ਵਾਲਿਆਂ ਦੀ ਬਜਾਏ ਸ਼ਰਾਬੀਆਂ ਨਾਲ ਜ਼ਿਆਦਾ ਨਾਰਾਜ਼ ਹੋਣਗੇ। ਕਦੇ-ਕਦਾਈ ਪੀਣ ਅਤੇ ਆਪਣੀਆਂ ਪ੍ਰਤੀਕਿਰਿਆਵਾਂ ਨੂੰ ਸਮਝਦੇ ਹੋਇਆਂ ਤੁਸੀਂ ਸ਼ਾਇਦ ਕਈ ਚੀਜ਼ਾਂ ਬਾਰੇ ਕਾਫੀ ਨਿਸ਼ਚਿਤ ਹੋ ਜਾਵੋ, ਜਿਨ੍ਹਾਂ ਬਾਰੇ ਇੱਕ ਸ਼ਰਾਬੀ ਹਮੇਸ਼ਾ ਨਹੀਂ ਹੋ ਸਕਦਾ। ਔਸਤਨ ਤਰੀਕੇ ਨਾਲ ਪੀਂਦੇ ਹੋਏ ਤੁਸੀਂ ਸ਼ਰਾਬ ਪੀ ਵੀ ਸਕਦੇ ਹੋ ਅਤੇ ਛੱਡ ਵੀ ਸਕਦੇ ਹੋ। ਜਦੋਂ ਵੀ ਤੁਸੀਂ ਚਾਹੋ ਤੁਸੀਂ ਸ਼ਰਾਬ 'ਤੇ ਕਾਬੂ ਰੱਖ ਸਕਦੇ ਹੋ। ਕਿਸੇ ਸ਼ਾਮ ਜੇ ਕਿਧਰੇ ਥੋੜ੍ਹੀ ਜ਼ਿਆਦਾ ਹੋ ਵੀ ਜਾਵੇ ਤਾਂ ਤੁਹਾਡੇ ਰੋਜ਼ ਦੇ ਕੰਮਕਾਰ ਵਿੱਚ ਕੋਈ ਫਰਕ ਨਹੀਂ ਪੈਂਦਾ। ਤੁਹਾਡੇ ਵਾਸਤੇ ਸ਼ਰਾਬ ਕੋਈ ਖਾਸ ਸਮੱਸਿਆ ਨਹੀਂ। ਇਹ ਗੱਲ ਤੁਹਾਡੀ ਸਮਝ ਤੋਂ ਬਾਹਰ ਹੁੰਦੀ ਹੈ ਕਿ ਮੂਰਖ ਅਤੇ ਢੀਠ ਲੋਕਾਂ ਨੂੰ ਛੱਡ ਕੇ ਸ਼ਰਾਬ ਪੀਣਾ ਹੋਰਾਂ ਲਈ ਸਮੱਸਿਆ ਕਿਉਂ ਬਣ ਜਾਂਦੀ ਹੈ। ਇੱਕ ਸ਼ਰਾਬੀ ਨਾਲ ਵਰਤਦਿਆਂ ਹੋਇਆਂ ਇਹ ਗੁੱਸਾ ਆਉਣਾ ਕੁਦਰਤੀ ਹੀ ਹੈ ਕਿ ਕੋਈ ਇਨਸਾਨ ਇੰਨਾ ਕਮਜ਼ੋਰ, ਮੂਰਖ ਅਤੇ ਲਾਪਰਵਾਹ ਹੋ ਸਕਦਾ ਹੈ। ਇਸ ਬਿਮਾਰੀ ਬਾਰੇ ਚੰਗੀ ਜਾਣਕਾਰੀ ਹੋ ਜਾਣ ਤੋਂ ਬਾਅਦ ਵੀ ਤੁਸੀਂ ਇਹ ਮਹਿਸੂਸ ਕਰੋਗੇ ਕਿ ਅਜਿਹੀ ਭਾਵਨਾ ਉੱਠਦੀ ਰਹਿੰਦੀ ਹੈ। ਆਪਣੀ ਕੰਪਨੀ ਵਿੱਚ ਕੰਮ ਕਰ ਰਹੇ ਇੱਕ ਵਿਅਕਤੀ ਵੱਲ ਵੇਖਣ 'ਤੇ ਕਈ ਵਾਰ ਕਈ ਗੱਲਾਂ ਸਪਸ਼ਟ ਹੋ ਜਾਂਦੀਆਂ ਹਨ ਕਿ ਉਹ ਆਮ ਤੌਰ 'ਤੇ ਹੁਸ਼ਿਆਰ, ਤੇਜ਼ ਸੋਚਣ ਵਾਲਾ, ਕਲਪਨਾਸ਼ੀਲ ਅਤੇ ਪਸੰਦ ਕੀਤੇ ਜਾਣ ਵਾਲਾ ਵਿਅਕਤੀ ਨਹੀਂ। ਜਦ ਉਸਨੇ ਸ਼ਰਾਬ ਨਹੀਂ ਪੀਤੀ ਹੁੰਦੀ, ਉਦੋਂ ਕੀ ਉਹ ਜ਼ਿਆਦਾ ਮਿਹਨਤ ਕਰਨ ਵਾਲਾ
ਅਤੇ ਦੂਜਿਆਂ ਤੋਂ ਕੰਮ ਕਰਵਾਉਣ ਦੀ ਯੋਗਤਾ ਰੱਖਣ ਵਾਲਾ ਨਹੀਂ ਹੁੰਦਾ। ਜੇ ਉਸ ਵਿੱਚ ਇਹ ਸਭ ਗੁਣ ਹਨ ਅਤੇ ਉਹ ਨਾ ਪੀਵੇ ਤਾਂ ਕਿ ਉਹ ਨੌਕਰੀ 'ਤੇ ਰਹਿਣ ਯੋਗ ਨਹੀਂ, ਕਿ ਉਸ ਨੂੰ ਦੂਸਰੇ ਬਿਮਾਰ ਮੁਲਾਜ਼ਮਾਂ ਵਾਂਗ ਹੀ ਮਹੱਤਤਾ ਨਹੀਂ ਮਿਲਣੀ ਚਾਹੀਦੀ, ਕਿ ਉਹ ਇਸ ਦੇ ਕਾਬਲ ਹੈ ਕਿ ਉਸ ਨੂੰ ਬਚਾਇਆ ਜਾਵੇ। ਜੇ ਤੁਹਾਡਾ ਫੈਸਲਾ ਭਾਵੇਂ ਇਨਸਾਨੀ, ਕਾਰੋਬਾਰੀ ਜਾਂ ਭਾਵੇਂ ਦੋਵੇਂ ਕਰਕੇ ਹਾਂ ਵਿੱਚ ਹੋਵੇ ਤਾਂ ਹੇਠ ਲਿਖੇ ਸੁਝਾਅ ਮਦਦਗਾਰ ਹੋ ਸਕਦੇ ਹਨ। ਕੀ ਤੁਸੀਂ ਇਸ ਭਾਵਨਾ ਨੂੰ ਨਕਾਰ ਸਕਦੇ ਹੋ ਕਿ ਸਿਰਫ ਇੱਕ ਆਦਤ ਨੂੰ ਜਿੱਦਪਣ ਜਾਂ ਕਮਜ਼ੋਰ ਇੱਛਾ ਨਾਲ ਨਜਿੱਠ ਰਹੇ ਹੋ? ਜੇ ਇਸ ਵਿੱਚ ਮੁਸ਼ਕਲ ਆਵੇ ਤਾਂ ਇਸ ਕਿਤਾਬ ਦੇ ਦੂਜੇ ਅਤੇ ਤੀਜੇ ਚੈਪਟਰ, ਜਿਨ੍ਹਾਂ ਵਿੱਚ ਸ਼ਰਾਬੀ ਦੀ ਬਿਮਾਰੀ ਬਾਰੇ ਚੰਗੀ ਤਰ੍ਹਾਂ ਵੇਰਵਾ ਦਿੱਤਾ ਹੋਇਆ ਹੈ, ਉਸ ਨੂੰ ਦੁਬਾਰਾ ਪੜ੍ਹਨਾ ਚੰਗਾ ਰਹੇਗਾ। ਇੱਕ ਕਾਰੋਬਾਰੀ ਹੋਣ ਕਰਕੇ ਤੁਸੀਂ ਕਿਸੇ ਵੀ ਨਤੀਜੇ 'ਤੇ ਗੌਰ ਕਰਨ ਤੋਂ ਪਹਿਲਾਂ ਇਹ ਜਾਣਨਾ ਚਾਹੋਗੇ ਕਿ ਇਸ ਦੀਆਂ ਕੀ ਜ਼ਰੂਰਤਾਂ ਹਨ। ਜੇ ਤੁਸੀਂ ਇਹ ਮੰਨ ਲੈਂਦੇ ਹੋ ਕਿ ਤੁਹਾਡਾ ਕਰਮਚਾਰੀ ਬਿਮਾਰ ਹੈ ਤਾਂ ਕੀ ਉਸ ਨੂੰ ਜੋ ਕੁਝ ਉਸਨੇ ਪਹਿਲਾਂ ਕੀਤਾ ਹੈ ਉਸ ਲਈ ਮਾਫ਼ ਕੀਤਾ ਜਾ ਸਕਦਾ ਹੈ? ਕੀ ਉਸ ਦੀਆਂ ਪੁਰਾਣੀਆਂ ਕੀਤੀਆਂ ਮੂਰਖਤਾਵਾਂ ਭੁਲਾਈਆਂ ਜਾ ਸਕਦੀਆਂ ਹਨ? ਕੀ ਇਹ ਮੰਨਿਆ ਜਾ ਸਕਦਾ ਹੈ ਕਿ ਉਹ ਇੱਕ ਭੈੜੀ ਸੋਚਣੀ ਦਾ ਸ਼ਿਕਾਰ ਹੈ ਜੋ ਸ਼ਰਾਬ ਪੀਣ ਨਾਲ ਦਿਮਾਗ 'ਤੇ ਪਏ ਅਸਰ ਦਾ ਸਿੱਧਾ ਨਤੀਜਾ ਹੈ? ਮੈਨੂੰ ਹਜੇ ਵੀ ਉਹ ਝਟਕਾ ਯਾਦ ਹੈ ਜਦੋਂ ਮੈਨੂੰ ਇੱਕ ਉੱਘੇ ਡਾਕਟਰ ਨੇ ਉਹਨਾਂ ਕੇਸਾਂ ਬਾਰੇ ਦੱਸਿਆ ਜਿਨ੍ਹਾਂ ਵਿੱਚ ਰੀੜ੍ਹ ਦੀ ਹੱਡੀ ਦੇ ਪਾਣੀ ਦੇ ਦਬਾਅ ਕਰਕੇ ਦਿਮਾਗ ਦੀਆਂ ਨਸਾਂ ਫਟ ਗਈਆਂ ਸਨ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇੱਕ ਸ਼ਰਾਬੀ ਅਜੀਬ ਤਰ੍ਹਾਂ ਦੀਆਂ ਬੇਤੁਕੀਆਂ ਗੱਲਾਂ ਕਰਦਾ ਹੈ। ਇਹੋ ਜਿਹੇ ਬਿਮਾਰ ਦਿਮਾਗ ਦੇ ਹੁੰਦਿਆਂ ਕੌਣ ਇੰਜ ਨਹੀਂ ਕਰੇਗਾ? ਸਧਾਰਨ ਢੰਗ ਨਾਲ ਪੀਣ ਵਾਲਿਆਂ 'ਤੇ ਇਸ ਤਰ੍ਹਾਂ ਦਾ ਅਸਰ ਨਹੀਂ ਹੁੰਦਾ ਅਤੇ ਨਾ ਹੀ ਉਹ ਇੱਕ ਸ਼ਰਾਬੀ ਦੀਆਂ ਬੇਤੁਕੀਆਂ ਗੱਲਾਂ ਸਮਝ ਸਕਦੇ ਹਨ। ਤੁਹਾਡਾ ਕਰਮਚਾਰੀ ਸ਼ਾਇਦ ਆਪਣੇ ਕੀਤੇ ਬਹੁਤ ਸਾਰੇ ਭੈੜੇ ਕੰਮਾਂ ਨੂੰ ਜੋ ਸਮੱਸਿਆ ਖੜੀ ਕਰ ਸਕਦੇ ਹਨ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਹੋ ਸਕਦਾ ਹੈ ਉਹਨਾਂ ਹਰਕਤਾਂ ਨਾਲ ਨਫ਼ਰਤ ਪੈਦਾ ਹੋ ਜਾਵੇ। ਤੁਹਾਨੂੰ ਸ਼ਾਇਦ ਸਮਝ ਨਾ ਆਵੇ ਕਿ ਇੰਨਾ ਸਿੱਧਾ ਸਾਦਾ ਲੱਗਣ ਵਾਲਾ ਵਿਅਕਤੀ ਇੰਜ ਵੀ ਕਰ ਸਕਦਾ ਹੈ, ਪਰ ਆਮ ਤੌਰ 'ਤੇ ਇਹ ਸਾਰੇ ਭੈੜੇ ਕੰਮ ਉਸ ਦੇ ਦਿਮਾਗ 'ਤੇ ਪਏ ਸ਼ਰਾਬ ਦੇ ਭੈੜੇ ਅਸਰ ਕਰਕੇ ਹੀ ਹਨ। ਇੱਕ ਸ਼ਰਾਬੀ ਜੋ ਸੂਫੀ ਹੁੰਦਿਆਂ ਇਮਾਨਦਾਰੀ ਦੀ ਮਿਸਾਲ ਹੁੰਦਾ ਹੈ, ਉਹ ਸ਼ਰਾਬ ਪੀਣ ਤੋਂ ਬਾਅਦ ਅਜਿਹੀਆਂ ਹਰਕਤਾਂ ਕਰਦਾ ਹੈ ਜਿਨ੍ਹਾਂ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਬਾਅਦ ਵਿੱਚ ਉਸ ਨੂੰ ਬਹੁਤ ਪਛਤਾਵਾ ਹੁੰਦਾ ਹੈ। ਸੰਗਤ ਹਮੇਸ਼ਾ ਇਹ ਅਜੀਬ ਹਰਕਤਾਂ ਸ਼ਰਾਬੀ ਦੇ ਸਿਰਫ ਆਰਜੀ ਹਾਲਾਤਾਂ ਕੋਲ ਹੀ ਇਸ਼ਾਰਾ ਕਰਦੀਆਂ ਹਨ। ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਹੀ ਸ਼ਰਾਬੀ ਜਦੋਂ ਨਹੀਂ ਪੀ ਰਹੇ ਹੁੰਦੇ ਇਮਾਨਦਾਰ ਅਤੇ ਸਿੱਧੇ ਹੁੰਦੇ ਹਨ। ਅਜਿਹਾ ਬਿਲਕੁਲ ਨਹੀਂ, ਅਤੇ ਅਜਿਹੇ ਲੋਕ ਆਮ ਤੌਰ 'ਤੇ ਤੁਹਾਡੇ 'ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਸਕਦੇ ਹਨ। ਤੁਹਾਡੀ ਸਮਝਣ ਅਤੇ ਮਦਦ ਕਰਨ ਦੀ ਕੋਸ਼ਿਸ਼ ਨੂੰ ਵੇਖਦੇ ਹੋਏ ਕੁਝ ਵਿਅਕਤੀ ਤੁਹਾਡੀ ਦਿਆਲਤਾ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਨਗੇ। ਜੇ ਤੁਹਾਨੂੰ ਯਕੀਨ ਹੈ ਕਿ ਤੁਹਾਡਾ ਕਰਮਚਾਰੀ ਸ਼ਰਾਬ ਛੱਡਣਾ ਨਹੀਂ ਚਾਹੁੰਦਾ ਤਾਂ ਉਸ ਨੂੰ ਜਿੰਨੀ ਛੇਤੀ ਕੱਢ ਦਿਓਗੇ ਓਨਾ ਹੀ ਚੰਗਾ ਹੋਵੇਗਾ। ਉਸ ਨੂੰ ਨੌਕਰੀ 'ਤੇ ਰੱਖਣ ਨਾਲ ਤੁਸੀਂ ਉਸ ਦਾ ਕੋਈ ਫਾਇਦਾ ਨਹੀਂ ਕਰ ਰਹੇ। ਇਹੋ ਜਿਹੇ ਵਿਅਕਤੀ ਨੂੰ ਨੌਕਰੀ ਤੋਂ ਕੱਢਣਾ ਉਸ ਲਈ ਵਰਦਾਨ ਸਾਬਤ ਹੋ ਸਕਦਾ ਹੈ। ਹੋ ਸਕਦਾ ਹੈ ਕਿ ਉਸ ਨੂੰ ਅਜਿਹੇ ਝਟਕੇ ਦੀ ਹੀ ਲੋੜ ਹੋਵੇ। ਮੈਨੂੰ ਆਪਣੇ ਬਾਰੇ ਪਤਾ ਹੈ ਕਿ ਜੇ ਮੇਰਾ ਅਹੁਦਾ ਬਣਿਆ ਰਹਿੰਦਾ ਤਾਂ ਫਿਰ ਮੇਰੀ ਕੰਪਨੀ ਵਾਲੇ ਭਾਵੇਂ ਕੁਝ ਵੀ ਕਰਦੇ ਰਹਿੰਦੇ, ਮੈਨੂੰ ਸ਼ਰਾਬ ਪੀਣ ਤੋਂ ਨਹੀਂ ਸੀ ਰੋਕ ਸਕਦੇ। ਸ਼ਾਇਦ ਮੈਨੂੰ ਇਹ ਅਹਿਸਾਸ ਹੀ ਨਾ ਹੁੰਦਾ ਕਿ ਮੇਰੀ ਹਾਲਤ ਕਿੰਨੀ ਭੈੜੀ ਹੋ ਚੁੱਕੀ ਸੀ। ਜੇ ਉਹਨਾਂ ਨੇ ਮੈਨੂੰ ਪਹਿਲਾਂ ਹੀ ਨੌਕਰੀ ਤੋਂ ਕੱਢ ਦਿੱਤਾ ਹੁੰਦਾ ਅਤੇ ਇਸ ਤੋਂ ਬਾਅਦ ਮੇਰੇ ਸਾਹਮਣੇ ਇਸ ਕਿਤਾਬ ਵਿੱਚ ਦਿੱਤਾ ਹੱਲ ਰੱਖਿਆ ਹੁੰਦਾ ਤਾਂ ਸ਼ਾਇਦ ਮੈਂ ਠੀਕ ਹੋ ਕੇ ਕੁਝ ਦੇਰ ਬਾਅਦ ਨੌਕਰੀ 'ਤੇ ਵਾਪਸ ਆ ਜਾਂਦਾ। ਪਰ ਇਹੋ ਜਿਹੇ ਕਈ ਵਿਅਕਤੀ ਹਨ ਜਿਹੜੇ ਸ਼ਰਾਬ ਛੱਡਣਾ ਚਾਹੁੰਦੇ ਹਨ ਅਤੇ ਤੁਸੀਂ ਉਹਨਾਂ ਦੀ ਕਿਸੇ ਹੱਦ ਤੱਕ ਮਦਦ ਕਰ ਸਕਦੇ ਹੋ। ਅਜਿਹੇ ਮਸਲਿਆਂ ਵਿੱਚ ਤੁਹਾਡਾ ਸੂਝ-ਬੂਝ ਵਾਲਾ ਵਰਤਾਓ ਲਾਭਕਾਰੀ ਹੋਵੇਗਾ। ਤੁਹਾਡੇ ਧਿਆਨ ਵਿੱਚ ਸ਼ਾਇਦ ਅਜਿਹਾ ਕੋਈ ਵਿਅਕਤੀ ਹੋਵੇ ਜੋ ਸ਼ਰਾਬ ਛੱਡਣੀ ਚਾਹੁੰਦਾ ਹੈ ਅਤੇ ਤੁਸੀਂ ਉਸ ਦੀ ਮਦਦ ਕਰਨਾ ਚਾਹੁੰਦੇ ਹੋ, ਭਾਵੇਂ ਇਹ ਸਿਰਫ ਕਾਰੋਬਾਰੀ ਫਾਇਦੇ ਲਈ ਕਿਉਂ ਨਾ ਹੋਵੇ। ਹੁਣ ਤੁਹਾਨੂੰ ਸ਼ਰਾਬੀਪਣ ਬਾਰੇ ਹੋਰ ਜਾਣਕਾਰੀ ਮਿਲ ਚੁੱਕੀ ਹੈ। ਤੁਸੀਂ ਇਹ ਸਮਝ ਸਕਦੇ ਹੋ ਕਿ ਉਹ ਮਾਨਸਿਕ ਅਤੇ ਸਰੀਰਕ ਤੌਰ 'ਤੇ ਬਿਮਾਰ ਹੈ। ਤੁਸੀਂ ਉਸ ਦੀ ਪਿਛਲੀ ਕਾਰਗੁਜ਼ਾਰੀ ਨੂੰ
ਨਜ਼ਰ ਅੰਦਾਜ਼ ਕਰਨ ਲਈ ਇੱਛੁਕ ਹੋ। ਮੰਨ ਲਓ ਕਿ ਤੁਸੀਂ ਉਸ ਦੇ ਮਾਮਲੇ ਵਿੱਚ ਹੇਠ ਦੱਸੇ ਅਨੁਸਾਰ ਰਵੱਈਆ ਅਪਣਾਉਂਦੇ ਹੋ। ਉਸ ਨੂੰ ਦੱਸੋ ਕਿ ਤੁਹਾਨੂੰ ਉਸ ਦੇ ਸ਼ਰਾਬ ਪੀਣ ਬਾਰੇ ਪਤਾ ਹੈ ਅਤੇ ਇਸ ਦਾ ਰੋਕਿਆ ਜਾਣਾ ਜ਼ਰੂਰੀ ਹੈ। ਤੁਸੀਂ ਉਸ ਨੂੰ ਕਹਿ ਸਕਦੇ ਹੋ ਕਿ ਤੁਸੀਂ ਉਸ ਦੀਆਂ ਯੋਗਤਾਵਾਂ ਸਲਾਹੁੰਦੇ ਹੋ ਅਤੇ ਉਸ ਨੂੰ ਨੌਕਰੀ ਤੇ ਜਾਰੀ ਰੱਖਣਾ ਚਾਹੋਗੇ, ਪਰ ਜੇ ਉਹ ਸ਼ਰਾਬ ਪੀਂਦਾ ਰਹਿੰਦਾ ਹੈ ਤਾਂ ਨਹੀਂ। ਇਸ ਮੁੱਦੇ ਤੇ ਠੋਸ ਰਵੱਈਆ ਅਪਣਾਉਣ ਨਾਲ ਸਾਡੇ 'ਚੋਂ ਬਹੁਤਿਆਂ ਨੂੰ ਮਦਦ ਮਿਲੀ ਹੈ। ਉਸ ਨੂੰ ਫਿਰ ਭਰੋਸਾ ਦਿਵਾਇਆ ਜਾ ਸਕਦਾ ਹੈ ਕਿ ਤੁਹਾਡਾ ਮਤਲਬ ਕੋਈ ਭਾਸ਼ਣ ਦੇਣਾ, ਨੈਤਿਕਤਾ ਬਾਰੇ ਚਰਚਾ ਜਾਂ ਨਿੰਦਣਾ ਨਹੀਂ, ਅਤੇ ਜੇ ਅਜਿਹਾ ਕਦੇ ਪਹਿਲਾਂ ਕੀਤਾ ਗਿਆ ਸੀ ਤਾਂ ਉਹ ਗਲਤਫਹਿਮੀ ਕਰਕੇ ਸੀ। ਜੇ ਸੰਭਵ ਹੋਵੇ ਤਾਂ ਉਸ ਨੂੰ ਦੱਸੋ ਕਿ ਤੁਹਾਡੀ ਉਸ ਪ੍ਰਤੀ ਕੋਈ ਸਖਤ ਭਾਵਨਾ ਨਹੀਂ ਹੈ। ਇਸ ਤੋਂ ਬਾਅਦ ਉਸ ਨੂੰ ਸ਼ਰਾਬੀਪਣ ਦੀ ਬਿਮਾਰੀ ਬਾਰੇ ਦੱਸਣਾ ਚੰਗਾ ਹੋਵੇਗਾ। ਇਹ ਦੱਸੋ ਕਿ ਤੁਹਾਨੂੰ ਯਕੀਨ ਹੈ ਕਿ ਉਹ ਬਹੁਤ ਬਿਮਾਰ ਆਦਮੀ ਹੈ ਅਤੇ ਕੀ ਉਹ ਇਸ ਜਾਨਲੇਵਾ ਬਿਮਾਰੀ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ, ਕਿਉਂਕਿ ਬਹੁਤ ਸਾਰੇ ਸ਼ਰਾਬੀ ਜਕੜੇ ਹੋਏ ਅਤੇ ਨਸ਼ੇ ਵਿੱਚ ਧਸੇ ਹੋਣ ਦੇ ਬਾਵਜੂਦ ਵੀ ਉਸ ਵਿੱਚੋਂ ਨਿਕਲਣਾ ਨਹੀਂ ਚਾਹੁੰਦੇ। ਪਰ ਕੀ ਉਹ ਚਾਹੁੰਦਾ ਹੈ? ਉਹ ਹਮੇਸ਼ਾ ਲਈ ਸ਼ਰਾਬ ਛੱਡਣ ਲਈ ਲੋੜੀਂਦਾ ਹਰ ਕਦਮ ਚੁੱਕਣ ਲਈ ਅਤੇ ਆਪਣੇ ਆਪ ਨੂੰ ਕਿਸੇ ਦੇ ਵੀ ਹਵਾਲੇ ਕਰਨ ਲਈ ਤਿਆਰ ਹੈ। ਜੇ ਉਹ ਹਾਮੀ ਭਰਦਾ ਹੈ ਤਾਂ ਕੀ ਉਸਨੇ ਇਹ ਸੱਚੇ ਦਿਲੋਂ ਭਰੀ ਹੈ ਜਾਂ ਅੰਦਰੋਂ ਉਸ ਦੀ ਭਾਵਨਾ ਤੁਹਾਨੂੰ ਬੇਵਕੂਫ ਬਣਾਉਣ ਦੀ ਹੈ, ਅਤੇ ਇਹ ਕਿ ਕੁਝ ਦੇਰ ਆਰਾਮ ਕਰਨ ਅਤੇ ਇਲਾਜ ਤੋਂ ਬਾਅਦ ਉਹ ਕਦੇ-ਕਦੇ ਸ਼ਰਾਬ ਪੀ ਸਕੇਗਾ। ਸਾਨੂੰ ਵਿਸ਼ਵਾਸ ਹੈ ਕਿ ਇਹਨਾਂ ਗੱਲਾਂ ਬਾਰੇ ਉਸ ਵਿਅਕਤੀ ਦੀ ਪੁੱਛ ਪੜਤਾਲ ਕਰਨੀ ਚਾਹੀਦੀ ਹੈ। ਇਹ ਤਸੱਲੀ ਕਰ ਲਓ ਕਿ ਉਹ ਤੁਹਾਨੂੰ ਜਾਂ ਆਪਣੇ ਆਪ ਨੂੰ ਧੋਖਾ ਤਾਂ ਨਹੀਂ ਦੇ ਰਿਹਾ। ਜੇ ਤੁਸੀਂ ਠੀਕ ਸਮਝੇ ਤਾਂ ਉਸ ਨਾਲ ਇਸ ਕਿਤਾਬ ਬਾਰੇ ਜ਼ਿਕਰ ਕਰ ਸਕਦੇ ਹੋ। ਜੇ ਉਹ ਟਾਲ-ਮਟੋਲ ਕਰ ਰਿਹਾ ਹੈ ਅਤੇ ਹਜੇ ਵੀ ਸੋਚਦਾ ਹੈ ਕਿ ਉਹ ਕਦੇ ਦੁਬਾਰਾ ਪੀ ਸਕਦਾ ਹੈ, ਭਾਵੇਂ ਬੀਅਰ ਹੀ ਸਹੀ, ਤਾਂ ਅਗਲੀ ਸ਼ਰਾਬ ਦੀ ਝੜੀ ਤੋਂ ਬਾਅਦ ਉਸ ਦੀ ਛੁੱਟੀ ਕਰ ਦੇਣੀ ਚਾਹੀਦੀ ਹੈ, ਕਿਉਂਕਿ ਜੇ ਉਹ ਸ਼ਰਾਬੀ ਹੈ ਤਾਂ ਉਹ ਯਕੀਨਨ ਦੁਬਾਰਾ ਪੀ ਲਵੇਗਾ। ਇਹ ਗੱਲ ਉਸ ਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ। ਤੁਹਾਡਾ ਵਾਹ ਇੱਕ ਸ਼ਰਾਬੀ ਨਾਲ ਹੈ ਜੋ ਠੀਕ ਹੋ ਸਕਦਾ ਹੈ ਅਤੇ ਹੋ ਜਾਵੇਗਾ, ਜਾਂ ਫਿਰ ਨਹੀਂ। ਜੇ ਨਹੀਂ ਤਾਂ ਉਸ 'ਤੇ ਸਮਾਂ ਬਰਬਾਦ ਕਰਨ ਦੀ ਕੀ ਲੋੜ ਹੈ? ਇਹ ਭਾਵੇਂ ਭੈੜਾ ਜਾਪੇ, ਪਰ ਆਮ ਤੌਰ 'ਤੇ ਇਹੋ ਸਭ ਤੋਂ ਵਧੀਆ ਤਰੀਕਾ ਹੈ। ਇਹ ਤਸੱਲੀ ਕਰਨ ਤੋਂ ਬਾਅਦ ਕਿ ਤੁਹਾਡਾ ਕਰਮਚਾਰੀ ਠੀਕ ਹੋਣਾ ਚਾਹੁੰਦਾ ਹੈ ਅਤੇ ਇਸ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ, ਤਾਂ ਤੁਸੀਂ ਉਸ ਨੂੰ ਠੀਕ ਹੋਣ ਦਾ ਇੱਕ ਵਿਸ਼ੇਸ਼ ਰਸਤਾ ਦੱਸ ਸਕਦੇ ਹੋ। ਜ਼ਿਆਦਾਤਰ ਉਹ ਸ਼ਰਾਬੀ ਜੋ ਅਜੇ ਪੀ ਰਹੇ ਹੋਣ ਜਾਂ ਅਜੇ ਝੜੀ 'ਚੋਂ ਨਿਕਲ ਰਹੇ ਹੋਣ ਦਾ ਕਿਸੇ ਹੱਦ ਤੱਕ ਥੋੜ੍ਹਾ ਬਹੁਤ ਸਰੀਰਕ ਇਲਾਜ ਕਰਵਾਉਣਾ ਚੰਗਾ ਹੁੰਦਾ ਹੈ, ਅਤੇ ਕਈ ਵਾਰ ਇਹ ਜ਼ਰੂਰੀ ਵੀ ਹੁੰਦਾ ਹੈ। ਅਜਿਹੇ ਇਲਾਜ ਦਾ ਮਾਮਲਾ ਯਕੀਨਨ ਹੀ ਤੁਹਾਨੂੰ ਆਪਣੇ ਡਾਕਟਰ ਦੇ ਹਵਾਲੇ ਕਰਨਾ ਚਾਹੀਦਾ ਹੈ। ਇਲਾਜ ਦਾ ਤਰੀਕਾ ਭਾਵੇਂ ਕੁਝ ਵੀ ਹੋਵੇ, ਇਸ ਦਾ ਮਤਲਬ ਸਰੀਰਕ ਅਤੇ ਮਨ ਨੂੰ ਸ਼ਰਾਬ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਕਰਾਉਣਾ ਹੈ। ਇੱਕ ਨਿਪੁੰਨ ਡਾਕਟਰ ਕੋਲ ਇਸ ਇਲਾਜ ਲਈ ਕਦੇ ਵੀ ਜ਼ਿਆਦਾ ਸਮਾਂ ਨਹੀਂ ਲੱਗਦਾ ਅਤੇ ਨਾ ਹੀ ਇਹ ਜ਼ਿਆਦਾ ਮਹਿੰਗਾ ਹੁੰਦਾ ਹੈ। ਸਰੀਰਕ ਹਾਲਤ ਚੰਗੀ ਹੋਣ 'ਤੇ ਤੁਹਾਡਾ ਕਰਮਚਾਰੀ ਠੀਕ ਸੋਚੇਗਾ, ਉਸ ਨੂੰ ਸ਼ਰਾਬ ਦੀ ਹੁੜਕ ਨਹੀਂ ਹੋਵੇਗੀ ਅਤੇ ਉਹ ਬਿਹਤਰ ਢੰਗ ਨਾਲ ਜੀਵੇਗਾ। ਜੇ ਤੁਸੀਂ ਉਸ ਨੂੰ ਇਹੋ ਜਿਹਾ ਢੰਗ ਦੱਸਦੇ ਹੋ ਤਾਂ ਸ਼ਾਇਦ ਉਸ ਦੇ ਇਲਾਜ 'ਤੇ ਹੋਣ ਵਾਲਾ ਖਰਚਾ ਤੁਹਾਨੂੰ ਪਹਿਲਾਂ ਆਪਣੇ ਕੋਲੋਂ ਕਰਨਾ ਪਵੇ, ਪਰ ਸਾਡਾ ਵਿਚਾਰ ਹੈ ਕਿ ਉਸ ਨੂੰ ਇਹ ਸਾਫ਼ ਤੌਰ 'ਤੇ ਦੱਸ ਦੇਣਾ ਚਾਹੀਦਾ ਹੈ ਕਿ ਇਹ ਖਰਚਾ ਉਸ ਦੀ ਤਨਖਾਹ ਵਿੱਚੋਂ ਕੱਟ ਲਿਆ ਜਾਵੇਗਾ। ਉਸ ਦਾ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਣਾ ਚੰਗਾ ਹੈ। ਜੇ ਤੁਹਾਡਾ ਕਰਮਚਾਰੀ ਤੁਹਾਡੀ ਗੱਲ ਮੰਨ ਲੈਂਦਾ ਹੈ ਤਾਂ ਉਸ ਨੂੰ ਇਹ ਦੱਸ ਦਿੱਤਾ ਜਾਣਾ ਚਾਹੀਦਾ ਹੈ ਕਿ ਉਸ ਦਾ ਸਰੀਰਕ ਇਲਾਜ ਸਿਰਫ ਇੱਕ ਸ਼ੁਰੂਆਤ ਹੀ ਹੈ। ਭਾਵੇਂ ਤੁਸੀਂ ਉਸ ਨੂੰ ਸਭ ਤੋਂ ਚੰਗੀ ਡਾਕਟਰੀ ਸਹਾਇਤਾ ਪ੍ਰਦਾਨ ਕਰਵਾ ਰਹੇ ਹੋਵੋ, ਉਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਸ ਲਈ ਮਾਨਸਿਕ ਬਦਲਾਅ ਲਿਆਉਣਾ ਜ਼ਰੂਰੀ ਹੈ। ਸ਼ਰਾਬ ਤੋਂ ਦੂਰ ਰਹਿਣ ਲਈ ਵਿਚਾਰਾਂ ਅਤੇ ਵਿਵਹਾਰ ਵਿੱਚ ਪੂਰਨ ਤਬਦੀਲੀ ਲਿਆਉਣ ਦੀ ਲੋੜ ਹੈ। ਸਾਨੂੰ ਸਾਰਿਆਂ ਨੂੰ ਰੋਗ ਮੁਕਤੀ ਨੂੰ ਹਰ ਚੀਜ਼ ਤੋਂ ਜ਼ਿਆਦਾ ਪਹਿਲ ਦੇਣੀ ਪਈ, ਕਿਉਂਕਿ ਇਸ ਤੋਂ ਬਿਨਾਂ ਅਸੀਂ ਆਪਣਾ ਘਰ ਅਤੇ ਵਪਾਰ ਦੋਵੇਂ ਗਵਾ ਬੈਠਣੇ ਸੀ।
ਕੀ ਤੁਹਾਨੂੰ ਉਸ ਦੀ ਠੀਕ ਹੋਣ ਦੀ ਯੋਗਤਾ 'ਤੇ ਪੂਰਾ ਭਰੋਸਾ ਹੈ? ਜਦੋਂ ਭਰੋਸੇ ਦੀ ਗੱਲ ਆਉਂਦੀ ਹੈ ਤਾਂ ਕੀ ਤੁਸੀਂ ਇਹ ਨਜ਼ਰੀਆ ਅਪਣਾ ਸਕਦੇ ਹੋ ਕਿ ਜਿੱਥੋਂ ਤੱਕ ਤੁਹਾਡਾ ਸਵਾਲ ਹੈ, ਇਹ ਇੱਕ ਬਿਲਕੁਲ ਨਿੱਜੀ ਮਾਮਲਾ ਹੈ ਅਤੇ ਉਸ ਦੀਆਂ ਸ਼ਰਾਬੀਪਣ ਦੌਰਾਨ ਹੋਈਆਂ ਅਣਗਹਿਲੀਆਂ ਬਾਰੇ ਅਤੇ ਉਸ ਦੇ ਹੋਣ ਵਾਲੇ ਇਲਾਜ ਬਾਰੇ ਕਦੇ ਵੀ ਉਸ ਦੀ ਮਰਜ਼ੀ ਤੋਂ ਬਗੈਰ ਗੱਲਬਾਤ ਨਹੀਂ ਕੀਤੀ ਜਾਵੇਗੀ। ਉਸ ਦੀ ਵਾਪਸੀ ਤੋਂ ਬਾਅਦ ਉਸ ਨਾਲ ਇੱਕ ਲੰਬੀ ਗੱਲਬਾਤ ਕਰਨੀ ਚੰਗੀ ਹੋਵੇਗੀ। ਇਸ ਕਿਤਾਬ ਦੇ ਅਸਲੀ ਮੁੱਦੇ ਵੱਲ ਪਰਤਦੇ ਹੋਇਆਂ ਇਸ ਵਿੱਚ ਉਹ ਪੂਰੇ ਸੁਝਾਅ ਦਿੱਤੇ ਗਏ ਹਨ ਜਿਸ ਨਾਲ ਉਹ ਕਰਮਚਾਰੀ ਆਪਣੀ ਸਮੱਸਿਆ ਹੱਲ ਕਰ ਸਕਦਾ ਹੈ। ਇਸ ਵਿੱਚ ਦਿੱਤੇ ਕੁਝ ਵਿਚਾਰ ਤੁਹਾਡੇ ਲਈ ਨਵੇਂ ਹੋਣਗੇ। ਹੋ ਸਕਦਾ ਹੈ ਕਿ ਸਾਡੀ ਸੁਝਾਈ ਧਾਰਨਾ ਨਾਲ ਤੁਸੀਂ ਬਿਲਕੁਲ ਸਹਿਮਤ ਨਾ ਹੋਵੋ। ਅਸੀਂ ਇਹ ਬਿਲਕੁਲ ਨਹੀਂ ਕਹਿਣਾ ਚਾਹੁੰਦੇ ਕਿ ਇਸ ਬਿਮਾਰੀ ਦਾ ਇਹੋ ਹੀ ਹੱਲ ਹੈ, ਪਰ ਜਿੱਥੋਂ ਤੱਕ ਸਾਡਾ ਸੰਬੰਧ ਹੈ ਅਸੀਂ ਇਸ ਨਾਲ ਹੀ ਠੀਕ ਹੋ ਰਹੇ ਹਾਂ। ਆਖਿਰਕਾਰ ਤੁਹਾਡਾ ਮਤਲਬ ਠੀਕ ਹੋਣ ਨਾਲ ਹੈ, ਨਾ ਕਿ ਤਰੀਕਿਆਂ ਨਾਲ। ਭਾਵੇਂ ਤੁਹਾਡਾ ਕਰਮਚਾਰੀ ਇਸ ਗੱਲ ਨੂੰ ਪਸੰਦ ਕਰੇ ਜਾਂ ਨਾ, ਉਹ ਸ਼ਰਾਬੀਪਣ ਬਾਰੇ ਕੜਵਾ ਸੱਚ ਸਮਝ ਲਵੇਗਾ। ਇਸ ਨਾਲ ਉਸ ਨੂੰ ਬਿਲਕੁਲ ਵੀ ਦੁੱਖ ਨਹੀਂ ਹੋਵੇਗਾ, ਭਾਵੇਂ ਉਹ ਇਸ ਇਲਾਜ ਨੂੰ ਨਾ ਵੀ ਅਪਣਾਏ। ਅਸੀਂ ਸੁਝਾਉਂਦੇ ਹਾਂ ਕਿ ਤੁਸੀਂ ਉਸ ਡਾਕਟਰ ਦਾ ਧਿਆਨ ਜਿਸ ਨੇ ਤੁਹਾਡੇ ਮਰੀਜ਼ ਦਾ ਇਲਾਜ ਕਰਨਾ ਹੈ, ਇਸ ਕਿਤਾਬ ਵੱਲ ਖਿੱਚੋ। ਜੇ ਇਸ ਕਿਤਾਬ ਨੂੰ ਇੱਕਦਮ ਉਦੋਂ ਪੜ੍ਹਾਇਆ ਜਾਵੇ ਜਦੋਂ ਮਰੀਜ਼ ਹਜੇ ਠੀਕ ਹੋ ਰਿਹਾ ਹੁੰਦਾ ਹੈ ਅਤੇ ਜਦੋਂ ਉਹ ਬੇਹੱਦ ਨਿਰਾਸ਼ਤਾ ਦੀ ਹਾਲਤ ਵਿੱਚ ਹੁੰਦਾ ਹੈ, ਤਾਂ ਹੋ ਸਕਦਾ ਹੈ ਉਸ ਨੂੰ ਆਪਣੀ ਅਸਲੀ ਹਾਲਤ ਦਾ ਅਹਿਸਾਸ ਹੋ ਜਾਵੇ। ਸਾਨੂੰ ਆਸ ਹੈ ਕਿ ਡਾਕਟਰ ਮਰੀਜ਼ ਨੂੰ ਉਸ ਦੀ ਹਾਲਤ ਬਾਰੇ ਸੱਚਾਈ ਦੱਸ ਦੇਵੇਗਾ, ਭਾਵੇਂ ਉਹ ਕਿਹੋ ਜਿਹੀ ਵੀ ਕਿਉਂ ਨਾ ਹੋਵੇ। ਜਦੋਂ ਇਹ ਕਿਤਾਬ ਕਿਸੇ ਨੂੰ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਇਹ ਨਾ ਕਿਹਾ ਜਾਵੇ ਕਿ ਉਸ ਲਈ ਇਸ ਵਿੱਚ ਦੱਸੇ ਗਏ ਸੁਝਾਅ ਮੰਨਣੇ ਜ਼ਰੂਰੀ ਹਨ। ਉਸ ਨੇ ਇਹ ਫੈਸਲਾ ਆਪ ਹੀ ਕਰਨਾ ਹੈ। ਤੁਸੀਂ ਜ਼ਰੂਰਤ ਤੋਂ ਜ਼ਿਆਦਾ ਨਿਸ਼ਚਿਤ ਹੋਵੋਗੇ ਕਿ ਤੁਹਾਡਾ ਬਦਲਿਆ ਹੋਇਆ ਦ੍ਰਿਸ਼ਟੀਕੋਣ ਅਤੇ ਇਸ ਕਿਤਾਬ ਵਿੱਚ ਦੱਸੇ ਗਏ ਸੁਝਾਅ ਸ਼ਰਤੀਆ ਹੀ ਕੰਮ ਕਰਨਗੇ। ਕੁਝ ਲਈ ਇਹ ਕੰਮ ਕਰਨਗੇ ਅਤੇ ਕੁਝ ਲਈ ਸ਼ਾਇਦ ਨਾ ਕਰਨ, ਪਰ ਸਾਡਾ ਖਿਆਲ ਹੈ ਕਿ ਜੇ ਤੁਸੀਂ ਵਿਸ਼ਵਾਸ ਨਾਲ ਯਤਨ ਕਰਦੇ ਰਹਿੰਦੇ ਹੋ ਤਾਂ ਜਿਸ ਦਰ ਨਾਲ ਸਫਲਤਾ ਹੁੰਦੀ ਹੈ ਉਸ ਨਾਲ ਤੁਹਾਨੂੰ ਤਸੱਲੀ ਹੋਵੇਗੀ। ਜਿਉਂ ਹੀ ਸਾਡਾ ਪ੍ਰੋਗਰਾਮ ਫੈਲਦਾ ਹੈ ਅਸੀਂ ਗਿਣਤੀ ਵਿੱਚ ਵੱਧਦੇ ਹਾਂ। ਸਾਨੂੰ ਆਸ ਹੈ ਕਿ ਤੁਹਾਡੇ ਕਰਮਚਾਰੀ ਸਾਡੇ ਵਿੱਚੋਂ ਕੁਝ ਨਾਲ ਨਿੱਜੀ ਸੰਪਰਕ ਕਰ ਸਕਦੇ ਹਨ। ਸਾਨੂੰ ਯਕੀਨ ਹੈ ਕਿ ਫਿਲਹਾਲ ਸਿਰਫ ਇਸ ਕਿਤਾਬ ਦੇ ਇਸਤੇਮਾਲ ਨਾਲ ਹੀ ਬਹੁਤ ਕੁਝ ਹਾਸਲ ਕੀਤਾ ਜਾ ਸਕਦਾ ਹੈ। ਕਰਮਚਾਰੀ ਦੇ ਇਲਾਜ ਤੋਂ ਵਾਪਸ ਆਉਣ 'ਤੇ ਉਸ ਨਾਲ ਗੱਲਬਾਤ ਕਰੋ। ਉਸ ਨੂੰ ਪੁੱਛੋ ਕਿ ਕੀ ਉਸ ਨੂੰ ਇਹ ਲੱਗਦਾ ਹੈ ਕਿ ਉਸ ਨੂੰ ਹੱਲ ਮਿਲ ਗਿਆ ਹੈ। ਜੇ ਉਹ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰਦਾ ਹੈ ਅਤੇ ਜੇ ਉਹ ਜਾਣਦਾ ਹੈ ਕਿ ਤੁਸੀਂ ਸਭ ਸਮਝਦੇ ਹੋ ਅਤੇ ਜੋ ਕੁਝ ਉਹ ਕਹਿਣਾ ਚਾਹੁੰਦਾ ਹੈ ਉਸ ਨਾਲ ਤੁਸੀਂ ਪਰੇਸ਼ਾਨ ਨਹੀਂ ਹੋਵੋਗੇ, ਤਾਂ ਉਸ ਦੀ ਰੋਗ ਮੁਕਤੀ ਤੇਜ਼ੀ ਨਾਲ ਹੋਣ ਦੀ ਸੰਭਾਵਨਾ ਹੋਵੇਗੀ। ਇਸ ਨਾਲ ਇਹ ਗੱਲ ਵੀ ਜੁੜੀ ਹੋਈ ਹੈ ਕਿ ਤੁਸੀਂ ਆਪਣੇ ਕਰਮਚਾਰੀ ਵੱਲੋਂ ਹਿਲਾ ਦੇਣ ਵਾਲੀਆਂ ਗੱਲਾਂ ਦੱਸਣ 'ਤੇ ਵਿਚਲਿਤ ਹੋਏ ਬਿਨਾਂ ਰਹਿ ਸਕਦੇ ਹੋ। ਉਦਾਹਰਨ ਦੇ ਤੌਰ 'ਤੇ ਉਹ ਸ਼ਾਇਦ ਇਹ ਗੱਲ ਜ਼ਾਹਿਰ ਕਰੇ ਕਿ ਉਸਨੇ ਆਪਣੇ ਖਰਚ ਖਾਤੇ ਵਿੱਚ ਗੜਬੜ ਕੀਤੀ ਸੀ ਜਾਂ ਉਸਨੇ ਤੁਹਾਡੇ ਸਭ ਤੋਂ ਵਧੀਆ ਗਾਹਕ ਨੂੰ ਤੋੜਨ ਦੀ ਸੋਚੀ ਸੀ। ਅਸਲ ਵਿੱਚ ਜੇ ਉਸਨੇ ਸਾਡਾ ਪ੍ਰੋਗਰਾਮ ਅਪਣਾ ਲਿਆ ਹੈ ਤਾਂ ਉਹ ਕੁਝ ਵੀ ਦੱਸ ਸਕਦਾ ਹੈ, ਕਿਉਂਕਿ ਇਹ ਪ੍ਰੋਗਰਾਮ, ਜਿਵੇਂ ਤੁਸੀਂ ਵੀ ਜਾਣਦੇ ਹੋ, ਪੂਰੀ ਇਮਾਨਦਾਰੀ ਦੀ ਮੰਗ ਕਰਦਾ ਹੈ। ਕੀ ਤੁਸੀਂ ਇਹ ਸਾਰੀਆਂ ਪੁਰਾਣੀਆਂ ਗੱਲਾਂ ਭੁਲਾ ਕੇ ਉਸ ਨਾਲ ਇੱਕ ਨਵੀਂ ਸ਼ੁਰੂਆਤ ਕਰ ਸਕਦੇ ਹੋ? ਜੇ ਉਸਨੇ ਤੁਹਾਡੇ ਪੈਸੇ ਦੇਣੇ ਹੋਣ ਤਾਂ ਸ਼ਾਇਦ ਤੁਸੀਂ ਇਸ ਬਾਰੇ ਸਪਸ਼ਟ ਗੱਲ ਕਰਨੀ ਚਾਹੋਗੇ। ਜੇ ਉਹ ਆਪਣੇ ਘਰੇਲੂ ਹਾਲਾਤ ਬਾਰੇ ਗੱਲਬਾਤ ਕਰਦਾ ਹੈ ਤਾਂ ਤੁਸੀਂ ਉਸ ਨੂੰ ਬਿਨਾਂ ਸ਼ੱਕ ਚੰਗੀ ਸਲਾਹ ਦੇ ਸਕਦੇ ਹੋ। ਕੀ ਉਹ ਓਨਾ ਚਿਰ ਤੁਹਾਡੇ ਨਾਲ ਬੇਝਿਜਕ ਗੱਲਬਾਤ ਕਰ ਸਕਦਾ ਹੈ ਜਦ ਤੱਕ ਉਹ ਗੱਲਬਾਤ 'ਚ ਕਾਰੋਬਾਰ ਦੀਆਂ ਕਹਾਣੀਆਂ ਜਾਂ ਆਪਣੇ ਸਾਥੀਆਂ ਦੀ ਬੇਮਤਲਬ ਆਲੋਚਨਾ ਨਹੀਂ ਲੈ ਲੈਂਦਾ। ਕਰਮਚਾਰੀ ਪ੍ਰਤੀ ਤੁਹਾਡਾ ਅਜਿਹਾ ਨਜ਼ਰੀਆ ਹੋਣ 'ਤੇ ਉਸ ਦੇ ਮਨ ਵਿੱਚ ਅਟੁੱਟ ਵਫ਼ਾਦਾਰੀ ਪੈਦਾ ਹੋ ਜਾਵੇਗੀ। ਸਾਡੇ ਸ਼ਰਾਬੀਆਂ ਦੇ ਸਭ ਤੋਂ ਵੱਡੇ ਦੁਸ਼ਮਣ ਹਨ ਰੋਸ, ਈਰਖਾ, ਜਲਨ, ਨਿਰਾਸ਼ਾ ਅਤੇ ਡਰ। ਜਿੱਥੇ ਕਿਸੇ ਕਾਰੋਬਾਰ ਵਿੱਚ ਕਈ ਵਿਅਕਤੀ ਇਕੱਠੇ ਹੁੰਦੇ ਹਨ
ਉੱਥੇ ਵਿਰੋਧ ਹੋਵੇਗਾ ਹੀ ਅਤੇ ਇਸ ਵਿੱਚੋਂ ਦਫ਼ਤਰੀ ਸਿਆਸਤ ਉੱਭਰੇਗੀ ਹੀ। ਕਦੇ-ਕਦੇ ਅਸੀਂ ਸ਼ਰਾਬੀ ਸੋਚਦੇ ਹਾਂ ਕਿ ਦੂਜੇ ਲੋਕ ਸਾਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਮੇਸ਼ਾ ਇੰਜ ਬਿਲਕੁਲ ਨਹੀਂ ਹੁੰਦਾ, ਪਰ ਕਦੇ-ਕਦੇ ਸਾਡੀ ਸ਼ਰਾਬ ਦਾ ਨਜਾਇਜ਼ ਫਾਇਦਾ ਉਠਾਇਆ ਜਾਵੇਗਾ। ਇੱਕ ਵਾਰ ਇੰਜ ਹੋਇਆ ਕਿ ਇੱਕ ਭੈੜਾ ਵਿਅਕਤੀ ਹਮੇਸ਼ਾ ਹੀ ਇੱਕ ਸ਼ਰਾਬੀ ਦੇ ਹਾਸਿਆਂ ਬਾਰੇ ਸਰਸਰੀ ਮਜ਼ਾਕ ਉਡਾਉਂਦਾ ਰਹਿੰਦਾ ਸੀ। ਇਸ ਤਰ੍ਹਾਂ ਉਹ ਅਫਵਾਹਾਂ ਫੈਲਾਉਂਦਾ ਰਿਹਾ। ਦੂਜੀ ਗੱਲ ਉਸ ਸ਼ਰਾਬੀ ਬਾਰੇ ਹੈ ਜਿਸ ਨੂੰ ਇਲਾਜ ਕਰਾਉਣ ਲਈ ਹਸਪਤਾਲ ਭੇਜਿਆ ਗਿਆ ਸੀ। ਸ਼ੁਰੂ ਵਿੱਚ ਇਸ ਬਾਰੇ ਕੁਝ ਹੀ ਲੋਕਾਂ ਨੂੰ ਪਤਾ ਸੀ, ਪਰ ਥੋੜ੍ਹੀ ਹੀ ਦੇਰ 'ਚ ਇਹ ਚਰਚਾ ਸਾਰੀ ਕੰਪਨੀ ਵਿੱਚ ਫੈਲ ਗਈ। ਸੁਭਾਵਿਕ ਹੀ ਅਜਿਹੀਆਂ ਗੱਲਾਂ ਕਿਸੇ ਵੀ ਵਿਅਕਤੀ ਦੀ ਰੋਗ ਮੁਕਤੀ ਦੀ ਸੰਭਾਵਨਾ ਨੂੰ ਘਟਾ ਦਿੰਦੀਆਂ ਹਨ। ਮਾਲਿਕ ਪ੍ਰਭਾਵਿਤ ਵਿਅਕਤੀ ਨੂੰ ਅਜਿਹੀਆਂ ਗੱਲਾਂ ਤੋਂ ਕਈ ਵਾਰ ਬਚਾ ਸਕਦਾ ਹੈ। ਮਾਲਕ ਤਰਫਦਾਰੀ ਤਾਂ ਨਹੀਂ ਕਰ ਸਕਦਾ, ਪਰ ਉਹ ਅਜਿਹੇ ਵਿਅਕਤੀ ਨੂੰ ਫਜ਼ੂਲ ਉਕਸਾਹਟ ਅਤੇ ਨਾਜਾਇਜ਼ ਨਿੰਦਿਆ ਤੋਂ ਬਚਾ ਸਕਦਾ ਹੈ। ਸ਼ਰਾਬੀ ਲੋਕ ਆਮ ਤੌਰ 'ਤੇ ਉਦਮੀ ਹੁੰਦੇ ਹਨ। ਉਹ ਕੰਮ ਵੀ ਬਹੁਤ ਕਰਦੇ ਹਨ ਅਤੇ ਖੇਡਦੇ ਵੀ ਜ਼ਿਆਦਾ ਹਨ। ਤੁਹਾਡੇ ਕਰਮਚਾਰੀ ਨੂੰ ਸਹਿਜ ਸੁਭਾਅ ਵਾਲਾ ਹੋਣਾ ਚਾਹੀਦਾ ਹੈ। ਕੁਝ ਕਮਜ਼ੋਰ ਹੋਣ ਅਤੇ ਇੱਕ ਸ਼ਰਾਬ ਰਹਿਤ ਜ਼ਿੰਦਗੀ ਨਾਲ ਸਰੀਰਕ ਅਤੇ ਮਾਨਸਿਕ ਸਮਝੌਤਾ ਕਰਦਿਆਂ ਹੋਇਆਂ ਹੋ ਸਕਦਾ ਹੈ ਉਹ ਜ਼ਰੂਰਤ ਤੋਂ ਜ਼ਿਆਦਾ ਕੰਮ ਕਰਕੇ ਥੱਕ ਜਾਵੇ। ਉਸ ਨੂੰ ਸ਼ਾਇਦ ਉਸ ਦੀ 16-16 ਘੰਟੇ ਕੰਮ ਕਰਨ ਦੀ ਇੱਛਾ ਨੂੰ ਰੋਕਣਾ ਪਵੇ। ਤੁਹਾਨੂੰ ਸ਼ਾਇਦ ਕਦੇ-ਕਦੇ ਉਸ ਦੀ ਖੇਡਣ ਲਈ ਹੌਸਲਾ ਅਫਜ਼ਾਈ ਕਰਨੀ ਪਵੇ। ਹੋ ਸਕਦਾ ਹੈ ਕਿ ਉਹ ਦੂਜੇ ਸ਼ਰਾਬੀਆਂ ਲਈ ਬਹੁਤ ਕੁਝ ਕਰਨਾ ਚਾਹੇ ਅਤੇ ਇਹ ਵੀ ਹੋ ਸਕਦਾ ਹੈ ਕਿ ਉਹ ਕੰਮ-ਕਾਜ ਦੇ ਦੌਰਾਨ ਇੰਜ ਕਰਨ ਲੱਗ ਪਏ। ਜਾਇਜ਼ ਢਿੱਲ ਮਦਦਗਾਰ ਸਾਬਤ ਹੋਵੇਗੀ। ਇਹ ਉਸ ਦੇ ਸੋਫੀਪਨ ਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਹੈ। ਕਰਮਚਾਰੀ ਦੇ ਕੁਝ ਮਹੀਨੇ ਸ਼ਰਾਬ ਤੋਂ ਦੂਰ ਰਹਿਣ ਤੋਂ ਬਾਅਦ ਤੁਸੀਂ ਉਸ ਦੀਆਂ ਸੇਵਾਵਾਂ ਦੂਜੇ ਕਰਮਚਾਰੀਆਂ ਲਈ ਲੈ ਸਕੋਗੇ ਜਿਹੜੇ ਤੁਹਾਨੂੰ ਆਪਣੇ ਸ਼ਰਾਬੀਪਣ ਕਰਕੇ ਭਜਾਈ ਰੱਖਦੇ ਹਨ, ਬੇਸ਼ਰਤੇ ਕਿ ਉਹ ਕਰਮਚਾਰੀ ਤੀਸਰੇ ਵਿਅਕਤੀ ਨੂੰ ਵਿੱਚ ਪਾਉਣ ਦੇ ਚਾਹਵਾਨ ਹੋਣ। ਇੱਕ ਠੀਕ ਹੋ ਰਿਹਾ ਸ਼ਰਾਬੀ ਜੋ ਤੁਲਨਾ ਵਿੱਚ ਇੱਕ ਘੱਟ ਮਹੱਤਵਪੂਰਨ ਅਹੁਦੇ 'ਤੇ ਹੈ, ਆਪਣੇ ਤੋਂ ਉੱਚੇ ਅਹੁਦੇ ਵਾਲੇ ਵਿਅਕਤੀ ਨਾਲ ਗੱਲਬਾਤ ਕਰ ਸਕਦਾ ਹੈ। ਜੀਵਨ ਦੇ ਇੱਕ ਬਿਲਕੁਲ ਅਲੱਗ ਆਧਾਰ 'ਤੇ ਹੁੰਦੇ ਹੋਏ ਉਹ ਕਦੇ ਵੀ ਸਥਿਤੀ ਦਾ ਨਾਜਾਇਜ਼ ਫਾਇਦਾ ਨਹੀਂ ਉਠਾਏਗਾ। ਤੁਸੀਂ ਆਪਣੇ ਕਰਮਚਾਰੀ 'ਤੇ ਭਰੋਸਾ ਕਰ ਸਕਦੇ ਹੋ। ਲੰਬੇ ਸਮੇਂ ਤੋਂ ਸ਼ਰਾਬੀਆਂ ਦੇ ਬਹਾਨਿਆਂ ਨਾਲ ਵਾਹ-ਵਾਹ ਹੋਣ ਕਾਰਨ ਸ਼ੱਕ ਪੈਦਾ ਹੋਣਾ ਸੁਭਾਵਿਕ ਹੀ ਹੈ। ਜਦੋਂ ਫਿਰ ਕਦੇ ਉਸ ਦੀ ਪਤਨੀ ਇਹ ਸੂਚਿਤ ਕਰੇ ਕਿ ਉਹ ਬਿਮਾਰ ਹੈ ਤਾਂ ਤੁਸੀਂ ਝੱਟ ਇਹ ਸੋਚ ਲਓਗੇ ਕਿ ਉਹ ਪੀਤੀ ਬੈਠਾ ਹੈ। ਜੇ ਇਹ ਸੱਚ ਹੈ ਅਤੇ ਉਹ ਅਜੇ ਵੀ ਠੀਕ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਹ ਇਸ ਬਾਰੇ ਤੁਹਾਨੂੰ ਦੱਸ ਦੇਵੇਗਾ, ਭਾਵੇਂ ਇਸ ਲਈ ਉਸ ਨੂੰ ਨੌਕਰੀ ਹੀ ਕਿਉਂ ਨਾ ਗਵਾਉਣੀ ਪਵੇ, ਕਿਉਂਕਿ ਉਸ ਨੂੰ ਪਤਾ ਹੈ ਕਿ ਜੇ ਉਸਨੇ ਜੀਣਾ ਹੈ ਤਾਂ ਉਸ ਨੂੰ ਇਮਾਨਦਾਰ ਹੋਣਾ ਹੀ ਪਵੇਗਾ। ਉਹ ਇਸ ਗੱਲ ਦੀ ਸ਼ਲਾਘਾ ਕਰੇਗਾ ਕਿ ਤੁਸੀਂ ਇਸ ਬਾਰੇ ਚਿੰਤਤ ਨਹੀਂ ਹੋ ਅਤੇ ਨਾ ਹੀ ਉਸ 'ਤੇ ਸ਼ੱਕ ਕਰਦੇ ਹੋ ਅਤੇ ਨਾ ਹੀ ਉਸ ਦੇ ਜੀਵਨ ਵਿੱਚ ਦਖਲ-ਅੰਦਾਜ਼ੀ ਕਰਦੇ ਹੋ, ਤਾਂ ਕਿ ਉਹ ਸ਼ਰਾਬ ਪੀਣ ਦੀ ਖਿੱਚ ਤੋਂ ਬਚਿਆ ਰਹੇ। ਜੇ ਉਹ ਰੋਗ ਮੁਕਤੀ ਦੇ ਪ੍ਰੋਗਰਾਮ 'ਤੇ ਪੂਰੀ ਇਮਾਨਦਾਰੀ ਨਾਲ ਚੱਲ ਰਿਹਾ ਹੈ ਤਾਂ ਉਹ ਤੁਹਾਡੇ ਕਾਰੋਬਾਰ ਲਈ ਕਿਤੇ ਵੀ ਜਾ ਸਕਦਾ ਹੈ। ਜੇ ਉਹ ਇੱਕ ਵਾਰ ਵੀ ਪੀ ਬੈਠੇ ਤਾਂ ਤੁਹਾਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਕੀ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇ। ਜੇ ਤੁਹਾਨੂੰ ਯਕੀਨ ਹੋਵੇ ਕਿ ਉਹ ਗੰਭੀਰ ਨਹੀਂ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਨੂੰ ਕੱਢ ਦਿੱਤਾ ਜਾਣਾ ਚਾਹੀਦਾ ਹੈ। ਦੂਜੇ ਪਾਸੇ ਜੇ ਤੁਹਾਨੂੰ ਯਕੀਨ ਹੈ ਕਿ ਉਹ ਠੀਕ ਹੋਣ ਲਈ ਆਪਣਾ ਪੂਰਾ ਜ਼ੋਰ ਲਗਾ ਰਿਹਾ ਹੈ ਤਾਂ ਤੁਸੀਂ ਸ਼ਾਇਦ ਉਸ ਨੂੰ ਇੱਕ ਹੋਰ ਮੌਕਾ ਦੇਣਾ ਚਾਹੋ, ਪਰ ਤੁਹਾਨੂੰ ਉਸ ਨੂੰ ਨੌਕਰੀ 'ਤੇ ਰੱਖਣ ਲਈ ਆਪਣੇ ਆਪ ਨੂੰ ਮਜਬੂਰ ਨਹੀਂ ਸਮਝਣਾ ਚਾਹੀਦਾ, ਕਿਉਂਕਿ ਤੁਸੀਂ ਤਾਂ ਆਪਣਾ ਫਰਜ਼ ਪਹਿਲਾਂ ਹੀ ਚੰਗੀ ਤਰ੍ਹਾਂ ਨਿਭਾ ਚੁੱਕੇ ਹੋ। ਇੱਕ ਤਰੀਕਾ ਹੋਰ ਵੀ ਹੈ ਜੋ ਸ਼ਾਇਦ ਤੁਸੀਂ ਅਪਣਾਉਣਾ ਚਾਹੋ। ਜੇ ਤੁਹਾਡੀ ਸੰਸਥਾ ਕਾਫੀ ਵੱਡੀ ਹੈ ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਇਹ ਕਿਤਾਬ ਆਪਣੇ ਤੋਂ ਥੱਲੇ ਵਾਲੇ ਅਫਸਰਾਂ ਨੂੰ ਦਿਓ। ਤੁਸੀਂ ਉਹਨਾਂ ਨੂੰ ਜਾਣੂ ਕਰਵਾ ਦਿਓ ਕਿ ਤੁਹਾਡੀ ਆਪਣੀ ਸੰਸਥਾ ਵਿੱਚ ਕੰਮ ਕਰ ਰਹੇ ਸ਼ਰਾਬੀ ਕਰਮਚਾਰੀਆਂ ਨਾਲ ਕੋਈ ਲੜਾਈ ਨਹੀਂ।
ਇਸ ਸ਼੍ਰੇਣੀ ਦੇ ਅਫਸਰ ਅਕਸਰ ਬੜੀ ਦੁਬਿਧਾ ਵਿੱਚ ਹੁੰਦੇ ਹਨ। ਉਹਨਾਂ ਦੇ ਹੇਠ ਕੰਮ ਕਰ ਰਹੇ ਕਰਮਚਾਰੀ ਅਕਸਰ ਉਹਨਾਂ ਦੇ ਦੋਸਤ ਹੁੰਦੇ ਹਨ। ਇਸ ਲਈ ਕਿਸੇ ਨਾ ਕਿਸੇ ਕਾਰਨ ਉਹ ਇਹਨਾਂ ਸ਼ਰਾਬੀ ਕਰਮਚਾਰੀਆਂ ਦਾ ਪੱਖ ਲੈਂਦੇ ਰਹਿੰਦੇ ਹਨ, ਇਸ ਆਸ ਵਿੱਚ ਕਿ ਹਾਲਾਤ ਕਦੇ ਬਿਹਤਰ ਹੋ ਜਾਣਗੇ। ਉਹ ਅਕਸਰ ਇਹਨਾਂ ਸ਼ਰਾਬੀ ਕਰਮਚਾਰੀਆਂ, ਜਿਨ੍ਹਾਂ ਨੂੰ ਬਹੁਤ ਪਹਿਲਾਂ ਕੱਢ ਦਿੱਤਾ ਜਾਣਾ ਚਾਹੀਦਾ ਸੀ ਜਾਂ ਠੀਕ ਹੋਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ, ਉਸ ਦੀ ਮਦਦ ਕਰਦੇ ਹੋਏ ਆਪਣੀ ਪੋਜੀਸ਼ਨ ਖਰਾਬ ਕਰ ਬੈਠਦੇ ਹਨ। ਇਹ ਕਿਤਾਬ ਪੜ੍ਹਨ ਤੋਂ ਬਾਅਦ ਇੱਕ ਛੋਟਾ ਅਫਸਰ ਅਜਿਹੇ ਸ਼ਰਾਬੀ ਕਰਮਚਾਰੀ ਕੋਲ ਜਾ ਕੇ ਲਗਭਗ ਇਹ ਕਹਿ ਸਕਦਾ ਹੈ, ਦੇਖ ਦੋਸਤ, ਤੂੰ ਸ਼ਰਾਬ ਛੱਡਣੀ ਚਾਹੁੰਦਾ ਹੈ ਕਿ ਨਹੀਂ? ਜਦੋਂ ਵੀ ਤੂੰ ਸ਼ਰਾਬ ਪੀਂਦਾ ਹੈ ਤਾਂ ਮੇਰੀ ਪੋਜੀਸ਼ਨ ਖਰਾਬ ਹੋ ਜਾਂਦੀ ਹੈ। ਇਹ ਮੇਰੇ ਅਤੇ ਕੰਪਨੀ ਲਈ ਜਾਇਜ਼ ਨਹੀਂ। ਮੈਂ ਸ਼ਰਾਬੀਪਣ ਬਾਰੇ ਕੁਝ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਜੇ ਤੂੰ ਸ਼ਰਾਬੀ ਹੈ ਤਾਂ ਤੂੰ ਇੱਕ ਬਹੁਤ ਬਿਮਾਰ ਵਿਅਕਤੀ ਹੈ। ਤੂੰ ਸ਼ਰਾਬੀਆਂ ਵਾਂਗ ਹੀ ਕਰਦਾ ਹੈ। ਕੰਪਨੀ ਚਾਹੁੰਦੀ ਹੈ ਕਿ ਤੂੰ ਇਸ ਸਮੱਸਿਆ ਚੋਂ ਨਿਕਲ ਆਵੇਂ, ਅਤੇ ਜੇ ਤੂੰ ਇਹ ਚਾਹੁੰਦਾ ਹੈ ਤਾਂ ਇਸ ਦਾ ਇੱਕ ਹੱਲ ਹੈ। ਜੇ ਤੂੰ ਇਸ ਲਈ ਰਾਜ਼ੀ ਹੈ ਤਾਂ ਤੇਰੀਆਂ ਪਿਛਲੀਆਂ ਗੱਲਾਂ ਭੁਲਾ ਦਿੱਤੀਆਂ ਜਾਣਗੀਆਂ ਅਤੇ ਤੇਰੇ ਅਜਿਹੇ ਹੋਏ ਇਲਾਜ ਬਾਰੇ ਜ਼ਿਕਰ ਨਹੀਂ ਕੀਤਾ ਜਾਵੇਗਾ। ਪਰ ਜੇ ਤੂੰ ਸ਼ਰਾਬ ਨਹੀਂ ਛੱਡ ਸਕਦਾ ਜਾਂ ਨਹੀਂ ਛੱਡਦਾ ਤਾਂ ਤੈਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਹ ਹੋ ਸਕਦਾ ਹੈ ਕਿ ਤੁਹਾਡਾ ਇਸ ਸ਼੍ਰੇਣੀ ਦਾ ਅਫਸਰ ਇਸ ਕਿਤਾਬ ਵਿੱਚ ਲਿਖੀਆਂ ਗੱਲਾਂ ਨਾਲ ਸਹਿਮਤ ਨਾ ਹੋਵੇ। ਨਾ ਤਾਂ ਉਸ ਨੂੰ ਚਾਹੀਦਾ ਹੈ ਅਤੇ ਨਾ ਹੀ ਉਸ ਨੂੰ ਲੋੜ ਹੈ ਕਿ ਉਹ ਇਸ ਕਿਤਾਬ ਬਾਰੇ ਆਪਣਾ ਮਤਭੇਦ ਆਪਣੇ ਅਜਿਹੇ ਸ਼ਰਾਬੀ ਕਰਮਚਾਰੀ ਨੂੰ ਜ਼ਾਹਿਰ ਕਰੇ। ਪਰ ਘੱਟੋ ਘੱਟ ਉਹ ਇਸ ਸਮੱਸਿਆ ਨੂੰ ਸਮਝ ਲਵੇਗਾ ਅਤੇ ਹੁਣ ਹੋਰ ਸਧਾਰਨ ਵਾਅਦਿਆਂ ਤੋਂ ਗੁੰਮਰਾਹ ਨਹੀਂ ਹੋਵੇਗਾ। ਉਹ ਅਜਿਹੇ ਸ਼ਰਾਬੀ ਕਰਮਚਾਰੀ ਨਾਲ ਵਰਤਾਓ ਕਰਨ ਦੀ ਸਥਿਤੀ ਦੇ ਯੋਗ ਹੋਵੇਗਾ ਜਿਹੜੀ ਸਪਸ਼ਟ ਤੌਰ ਤੇ ਜਾਇਜ਼ ਅਤੇ ਨਿਰਪੱਖ ਹੋਵੇਗੀ। ਹੁਣ ਉਸ ਕੋਲ ਸ਼ਰਾਬੀ ਕਰਮਚਾਰੀ ਤੇ ਪਰਦਾ ਪਾਉਣ ਲਈ ਕੋਈ ਕਾਰਨ ਨਹੀਂ ਰਹਿ ਜਾਵੇਗਾ। ਮੁੱਕਦੀ ਗੱਲ ਇਹ ਹੈ, ਕਿਸੇ ਵੀ ਵਿਅਕਤੀ ਨੂੰ ਸਿਰਫ ਇਸ ਕਰਕੇ ਨੌਕਰੀ ਤੋਂ ਨਹੀਂ ਕੱਢ ਦੇਣਾ ਚਾਹੀਦਾ ਕਿ ਉਹ ਸ਼ਰਾਬੀ ਹੈ। ਜੇ ਉਹ ਸ਼ਰਾਬ ਛੱਡਣੀ ਚਾਹੁੰਦਾ ਹੈ ਤਾਂ ਉਸ ਨੂੰ ਇੱਕ ਸਹੀ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਜੇ ਉਹ ਸ਼ਰਾਬ ਨਹੀਂ ਛੱਡ ਸਕਦਾ ਜਾਂ ਛੱਡਣੀ ਨਹੀਂ ਚਾਹੁੰਦਾ, ਉਦੋਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ। ਇਸ ਬਾਰੇ ਹੋਰ ਰਾਏ ਨਹੀਂ ਹੈ। ਅਸੀਂ ਸੋਚਦੇ ਹਾਂ ਕਿ ਅਜਿਹੇ ਰਵੱਈਏ ਨਾਲ ਕਾਫੀ ਕੁਝ ਹਾਸਲ ਹੋ ਜਾਵੇਗਾ। ਇਸ ਤਰ੍ਹਾਂ ਕਈ ਚੰਗੇ ਵਿਅਕਤੀਆਂ ਨੂੰ ਮੁੜ ਠੀਕ ਹੋਣ ਦਾ ਮੌਕਾ ਮਿਲੇਗਾ ਅਤੇ ਦੂਜੇ ਪਾਸੇ ਉਹਨਾਂ ਵਿਅਕਤੀਆਂ ਨੂੰ ਕੱਢਣ ਲਈ ਤੁਹਾਨੂੰ ਕੋਈ ਝਿਜਕ ਨਹੀਂ ਹੋਵੇਗੀ ਜਿਹੜੇ ਸ਼ਰਾਬ ਪੀਣੀ ਨਹੀਂ ਛੱਡਦੇ ਜਾਂ ਨਹੀਂ ਛੱਡ ਸਕਦੇ। ਹੋ ਸਕਦਾ ਹੈ ਤੁਹਾਡੀ ਸੰਸਥਾ ਨੂੰ ਸ਼ਰਾਬੀਪਣ ਕਰਕੇ ਸਮੇਂ ਦੀ ਬਰਬਾਦੀ, ਵਿਅਕਤੀਆਂ ਅਤੇ ਮਾਣ ਦੀ ਕਾਫੀ ਹਾਨੀ ਹੋ ਰਹੀ ਹੋਵੇ। ਸਾਨੂੰ ਉਮੀਦ ਹੈ ਕਿ ਸਾਡੇ ਸੁਝਾਅ ਤੁਹਾਨੂੰ ਕਾਫੀ ਵੱਡੇ ਨੁਕਸਾਨ ਤੋਂ ਬਚਾਉਣ ਵਿੱਚ ਮਦਦਗਾਰ ਹੋਣਗੇ। ਸਾਨੂੰ ਲੱਗਦਾ ਹੈ ਕਿ ਅਸੀਂ ਤੁਹਾਨੂੰ ਪ੍ਰੇਰਨਾ ਦਿੰਦੇ ਹੋਏ ਇਹ ਸਿਆਣੀ ਗੱਲ ਕਰ ਰਹੇ ਹਾਂ ਕਿ ਤੁਸੀਂ ਇਸ ਨੁਕਸਾਨ ਨੂੰ ਰੋਕੋ ਅਤੇ ਆਪਣੇ ਯੋਗ ਕਰਮਚਾਰੀ ਨੂੰ ਠੀਕ ਹੋਣ ਦਾ ਮੌਕਾ ਜ਼ਰੂਰ ਦਿਓ। ਇੱਕ ਦਿਨ ਇੱਕ ਵੱਡੀ ਉਦਯੋਗਿਕ ਕੰਪਨੀ ਦੇ ਉਪ ਪ੍ਰਧਾਨ ਨਾਲ ਗੱਲਬਾਤ ਕੀਤੀ ਗਈ। ਉਸਨੇ ਕਿਹਾ, ਮੈਨੂੰ ਖੁਸ਼ੀ ਹੈ ਕਿ ਤੁਸੀਂ ਆਪਣੀ ਸ਼ਰਾਬ ਦੀ ਸਮੱਸਿਆ ਹੱਲ ਕਰ ਲਈ ਹੈ, ਪਰ ਸਾਡੀ ਕੰਪਨੀ ਦੀ ਨੀਤੀ ਆਪਣੇ ਕਰਮਚਾਰੀ ਦੀਆਂ ਆਦਤਾਂ ਵਿੱਚ ਦਖਲਅੰਦਾਜ਼ੀ ਕਰਨ ਦੀ ਨਹੀਂ। ਜੇ ਕੋਈ ਕਰਮਚਾਰੀ ਇੰਨੀ ਪੀਂਦਾ ਹੈ ਕਿ ਉਸ ਦੇ ਕੰਮ-ਕਾਜ ਤੇ ਭੈੜਾ ਅਸਰ ਪੈਂਦਾ ਹੈ ਤਾਂ ਅਸੀਂ ਉਸ ਨੂੰ ਕੱਢ ਦਿੰਦੇ ਹਾਂ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਸਾਡੀ ਕੋਈ ਮਦਦ ਕਰ ਸਕੋ, ਕਿਉਂਕਿ ਸਾਡੀ ਕੰਪਨੀ ਵਿੱਚ ਸ਼ਰਾਬੀਪਣ ਦੀ ਕੋਈ ਸਮੱਸਿਆ ਨਹੀਂ ਹੈ। ਇਹੋ ਕੰਪਨੀ ਹਰ ਸਾਲ ਖੋਜ ਤੇ ਲੱਖਾਂ ਰੁਪਏ ਖਰਚ ਕਰਦੀ ਹੈ। ਕਰਮਚਾਰੀਆਂ ਨੂੰ ਮਨੋਰੰਜਨ ਦੀਆਂ ਸਹੂਲਤਾਂ ਵੀ ਹਾਸਲ ਹਨ। ਕਰਮਚਾਰੀਆਂ ਲਈ ਕੰਪਨੀ ਵੱਲੋਂ ਬੀਮੇ ਦੀ ਸੁਵਿਧਾ ਹੈ। ਕਰਮਚਾਰੀਆਂ ਦੇ ਮਨੁੱਖੀ ਅਤੇ ਕਾਰੋਬਾਰੀ ਹਿੱਤ ਵਿੱਚ ਵੀ ਦਿਲਚਸਪੀ ਲਈ ਜਾਂਦੀ ਹੈ। ਪਰ ਜਿੱਥੋਂ ਤੱਕ ਸ਼ਰਾਬੀਪਣ ਦਾ ਸਵਾਲ ਹੈ, ਇਸ ਕੰਪਨੀ ਦਾ ਖਿਆਲ ਹੈ ਕਿ ਇਸ ਵਿੱਚ ਇਹ ਸਮੱਸਿਆ ਹੈ ਹੀ ਨਹੀਂ। ਸ਼ਾਇਦ ਇਹ ਆਪਣੀ ਹੀ ਕਿਸਮ ਦੀ ਧਾਰਨਾ ਹੈ। ਅਸੀਂ ਜਿਨ੍ਹਾਂ ਨੇ ਇਕੱਠਿਆਂ ਕਾਰੋਬਾਰੀ ਜ਼ਿੰਦਗੀ ਨੂੰ ਘੱਟੋ ਘੱਟ ਸ਼ਰਾਬੀਪਣ ਦੇ ਦ੍ਰਿਸ਼ਟੀਕੋਣ ਤੋਂ ਚੰਗੀ ਤਰ੍ਹਾਂ ਵੇਖਿਆ ਹੈ, ਉਸ ਆਦਮੀ ਦੇ ਅਜਿਹੇ ਸਪਸ਼ਟ ਵਿਚਾਰ ਤੇ ਮੁਸਕਰਾਏ। ਇਹ ਜਾਣ ਕੇ ਸ਼ਾਇਦ ਧੱਕਾ ਲੱਗੇਗਾ ਕਿ ਸ਼ਰਾਬੀਪਣ ਦੀ ਬਿਮਾਰੀ ਉਸ ਦੀ ਸੰਸਥਾ ਨੂੰ ਕਿੰਨੀ ਮਹਿੰਗੀ ਪੈਂਦੀ ਹੈ।
ਹੋ ਸਕਦਾ ਹੈ ਕਿ ਉਸ ਕੰਪਨੀ ਵਿੱਚ ਪਹਿਲਾਂ ਹੀ ਕਿੰਨੇ ਸ਼ਰਾਬੀ ਬਣ ਚੁੱਕੇ ਹੋਣ ਜਾਂ ਸੰਭਾਵਿਤ ਸ਼ਰਾਬੀ ਹੋਣ। ਸਾਡਾ ਵਿਸ਼ਵਾਸ ਹੈ ਕਿ ਵੱਡੀਆਂ ਕੰਪਨੀਆਂ ਦੇ ਪ੍ਰਬੰਧਕਾਂ ਨੂੰ ਅਕਸਰ ਇਹ ਪਤਾ ਹੀ ਨਹੀਂ ਹੁੰਦਾ ਕਿ ਇਹ ਸਮੱਸਿਆ ਕਿੰਨੀ ਆਮ ਹੈ। ਭਾਵੇਂ ਤੁਹਾਨੂੰ ਇਹ ਮਹਿਸੂਸ ਹੁੰਦਾ ਹੋਵੇ ਕਿ ਤੁਹਾਡੀ ਸੰਸਥਾ ਵਿੱਚ ਸ਼ਰਾਬੀਪਣ ਦੀ ਸਮੱਸਿਆ ਨਹੀਂ, ਤਾਂ ਵੀ ਇਸ ਵਾਰ ਇਸ ਸਮੱਸਿਆ 'ਤੇ ਮੁੜ ਵਿਚਾਰ ਕਰਨਾ ਚੰਗਾ ਹੋਵੇਗਾ। ਹੋ ਸਕਦਾ ਹੈ ਕਿ ਕੁਝ ਦਿਲਚਸਪ ਗੱਲਾਂ ਸਾਹਮਣੇ ਆਉਣ। ਨਿਸ਼ਚਿਤ ਹੀ ਇਹ ਚੈਪਟਰ ਸ਼ਰਾਬੀਆਂ ਲਈ ਬਿਮਾਰ ਅਤੇ ਮਾਨਸਿਕ ਤੌਰ 'ਤੇ ਅਸੰਤੁਲਿਤ ਲੋਕਾਂ ਦੇ ਸੰਬੰਧ ਵਿੱਚ ਹੈ। ਉੱਪਰ ਦੱਸੀ ਵੱਡੀ ਕੰਪਨੀ ਦੇ ਉਪ ਪ੍ਰਧਾਨ ਦੋਸਤ ਦੇ ਮਨ ਵਿੱਚ ਇਹ ਵਿਚਾਰ ਬੈਠਾ ਸੀ ਕਿ ਸ਼ਰਾਬੀ ਉਹ ਹੈ ਜੋ ਪੀ ਕੇ ਸ਼ੋਰ ਸ਼ਰਾਬਾ ਕਰਦਾ ਹੋਵੇ। ਉਹਨਾਂ ਲਈ ਉਸ ਦੀ ਨੀਤੀ ਬੇਸ਼ੱਕ ਠੋਸ ਹੈ, ਪਰ ਉਹ ਆਮ ਪੀਣ ਵਾਲੇ ਅਤੇ ਸ਼ਰਾਬੀਆਂ ਵਿਚਕਾਰ ਫਰਕ ਨਹੀਂ ਕਰ ਪਾਇਆ। ਇਹ ਆਸ ਨਹੀਂ ਕੀਤੀ ਜਾਂਦੀ ਕਿ ਇੱਕ ਸ਼ਰਾਬੀ ਕਰਮਚਾਰੀ ਵੱਲ ਜ਼ਰੂਰਤ ਤੋਂ ਜ਼ਿਆਦਾ ਧਿਆਨ ਅਤੇ ਸਮਾਂ ਦਿੱਤਾ ਜਾਵੇ। ਉਸ ਨੂੰ ਕੋਈ ਖਾਸ ਪਹਿਲ ਨਹੀਂ ਦੇਣੀ ਚਾਹੀਦੀ। ਜੇ ਉਹ ਠੀਕ ਹੋਣ ਵਾਲਿਆਂ 'ਚੋਂ ਇੱਕ ਸਹੀ ਵਿਅਕਤੀ ਹੈ ਤਾਂ ਉਹ ਪਹਿਲ ਚਾਹੇਗਾ ਵੀ ਨਹੀਂ। ਉਹ ਇਸ ਲਈ ਮਜਬੂਰ ਵੀ ਨਹੀਂ ਕਰੇਗਾ। ਸਗੋਂ ਅਸਲੀਅਤ ਇਹ ਹੈ ਕਿ ਉਹ ਇੱਕ ਦਿਓ ਵਾਂਗ ਕੰਮ ਕਰੇਗਾ ਅਤੇ ਮਰਦੇ ਦਮ ਤੱਕ ਤੁਹਾਨੂੰ ਦੁਆਵਾਂ ਦਿੰਦਾ ਰਹੇਗਾ। ਅੱਜ ਮੈਂ ਇੱਕ ਛੋਟੀ ਜਿਹੀ ਕੰਪਨੀ ਦਾ ਮਾਲਕ ਹਾਂ। ਮੇਰੇ ਕੋਲ 2 ਸ਼ਰਾਬੀ ਕਰਮਚਾਰੀ ਹਨ ਜਿਹੜੇ ਇੰਨਾ ਕੰਮ ਕਰਦੇ ਹਨ ਜੋ 5 ਕਰਮਚਾਰੀਆਂ ਦੇ ਕੰਮ ਬਰਾਬਰ ਹੁੰਦਾ ਹੈ। ਪਰ ਉਹ ਕਿਉਂ ਨਾ ਕਰਨ, ਉਹਨਾਂ ਦਾ ਹੁਣ ਨਵਾਂ ਨਜ਼ਰੀਆ ਹੈ ਅਤੇ ਉਹਨਾਂ ਨੂੰ ਬਲ ਦੀ ਭੱਠੀ ਵਿੱਚੋਂ ਬਚਾਇਆ ਗਿਆ ਹੈ। ਉਹਨਾਂ ਨੂੰ ਠੀਕ ਰਸਤੇ 'ਤੇ ਲਿਆਉਂਦਿਆਂ ਗੁਜ਼ਰੇ ਹਰ ਪਲ ਦਾ ਮੈਂ ਆਨੰਦ ਮਾਣਿਆ ਹੈ।